7 2005 ਨੂੰ ਮੇਰੀ ਮਾਤਾ ਤੇ ਨੌਜਵਾਨ ਭੈਣ 18-20 ਸਾਲ ਦੀ ਉਹਨੂੰ ਘਰੋਂ ਚੱਕ ਲਿਆਂਦਾ ਤੇ ਰਾਤ ਨੂੰ ਅੰਨਾ ਤਸ਼ੱਦਦ ਕੀਤਾ, ਕਰੰਟ ਲਾਤਾ। ਕਰੰਟ ਇੰਨਾ ਜ਼ਿਆਦਾ ਲਾਤਾ ਕਿ ਹੌਲੀ ਹੌਲੀ ਜਿਹੜੀ ਗੁੱਡੀ ਸਾਡੀ ਕੁਲਵੰਤ ਕੌਰ ਉਹ ਨਕਾਰਾ ਹੋਈ ਤੇ ਨਕਾਰਾ ਹੋ ਕੇ ਮੰਜੇ ਤੇ ਪੈ ਗਈ। ਪਹਿਲੇ ਦਿਨ ਤੋਂ ਹੀ ਅਸੀਂ ਜਿਹੜੀ ਪਿੰਡ ਦੀ ਪੰਚਾਇਤ ਜਿਹੜੀ ਕਿ ਉਹਨਾਂ ਨੂੰ ਦੂਜੇ ਦਿਨ ਛਡਾ ਕੇ ਲੈ ਕੇ ਆਈ, ਉਹਨੇ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰਤੀਆਂ। ਅੱਜ ਵੀ RTI ਦੇ ਵਿੱਚ ਕੋਈ ਹੁਣ ਤੱਕ 35,000 ਚਿੱਠੀਆਂ ਲਿਖ ਕੇ ਅਸੀਂ ਇਹ ਢੇਰਾਂ ਦੇ ਢੇਰ ਰਿਕਾਰਡ ਆ ਜਿਹੜਾ ਉਹ ਕਢਾਇਆ, ਇੱਕ ਇੱਕ ਸਬੂਤ ਇਕੱਠਾ ਕੀਤਾ। ਪੁਲਿਸ ਨੇ ਕਿਵੇਂ ਝੂਠਾ ਕੇਸ ਬਣਾਇਆ ਉਹ ਸਾਬਤ ਕੀਤਾ। ਸਾਰੀਆਂ ਜਾਲੀ ਰੇਡਾਂ ਜੋ ਉਹਨਾਂ ਨੇ ਕਾਗਜ਼ਾਂ ਦੇ ਵਿੱਚ ਦਿਖਾਈਆਂ ਉਹ ਸਾਬਤ ਕੀਤੀਆਂ। IG ਤੋਂ ਲੈ ਕੇ DIG DIG ਤੇ DGP ਹਿਊਮਨ ਰਾਈਟ ਰਜਿੰਦਰ ਸਿੰਘ ਉਹਨਾਂ ਨੇ ਬਕਾਇਦਾ ਰੂਪ ਦੇ ਵਿੱਚ ਇੱਕ ਪੜਤਾਲ ਕਰਕੇ ਇਹ ਸਾਰੇ ਜਿਹੜੇ ਨਜਾਇਜ਼ ਹਰਾਸਤ ਤੇ ਝੂਠਾ ਰਿਕਾਰਡ ਉਹ ਸਾਬਤ ਕੀਤਾ। ਪਰ ਫਿਰ ਵੀ ਜਿਹੜਾ ਪਰਚਾ ਉਹ ਜਾਣ ਬੁੱਝ ਕੇ ਜਿਹੜੇ ਪੁਲਿਸ ਅਧਿਕਾਰੀ ਆ, ਉੱਚ ਪੁਲਿਸ ਅਧਿਕਾਰੀ ਉਹ ਉਹਦੇ ਤੇ ਦਰਜ ਨਹੀਂ ਸੀ ਕਰ ਰਹੇ, ਜਦੋਂ ਕਿ ਹੋਮ ਸੈਕਟਰੀ ਨੇ ਸਪੈਸ਼ਲ ਤੌਰ ਦੇ ਉੱਤੇ ਆਰਡਰ ਕੀਤੇ, ਨੈਸ਼ਨਲ SC ਕਮਿਸ਼ਨ ਨੇ ਆਰਡਰ ਕੀਤੇ ਕਿ ਪਰਚਾ ਦਰਜ ਕੀਤਾ ਜਾਵੇ, ਪਰ ਜਾਣ ਬੁੱਝ ਕੇ ਪਰਚਾ ਨਹੀਂ ਸੀ ਦਰਜ ਕੀਤਾ। ਪਰ ਹੁਣ ਕਦੋਂ ਕੀਤਾ? ਜਦੋਂ ਉਹ ਸਾਡੀ ਕੁੜੀ ਦੀ ਮੌਤ ਹੋ ਗਈ, ਉਦੋਂ ਦੂਜੇ ਦਿਨ ਪਰਚਾ ਦਰਜ ਕੀਤਾ। ਇਸ ਗੱਲ ਦਾ ਜਿਹੜਾ ਪਤਾ ਸਾਨੂੰ ਬਾਅਦ ਵਿੱਚ ਲੱਗਿਆ ਕਿ ਅਸਲ ਦੇ ਵਿੱਚ ਉਹ ਮੈਨੂੰ ਲੈਣ ਆਏ ਸੀਗੇ, ਪਰ ਆਮ ਹੀ ਜਿਵੇਂ ਪੁਲਿਸ ਆ ਉਹ ਫੜਨ ਕਿਸੇ ਨੂੰ ਆਉਂਦੀ ਆ ਤੇ ਚੱਕ ਕੇ ਸਾਰੇ ਟੱਬਰ ਨੂੰ ਲੈ ਜਾਂਦੀ ਆ, ਇਸ ਤਰ੍ਹਾਂ ਹੋਇਆ ਸੀ। ਮੇਰੇ ਉੱਤੇ ਪੁਲਿਸ ਨੇ ਇਹ ਇਲਜ਼ਾਮ ਲਾਇਆ ਸੀ ਕਿ ਤੂੰ ਆਪਦੀ ਹੀ ਸਕੀ ਭਤੀਜੀ ਜਿਹਦਾ ਸਾਲ ਪਹਿਲਾਂ ਜਿਹਨੇ ਪੱਖੇ ਨਾਲ ਫਾਹਾ ਲੈ ਲਿਆ ਸੀ ਉਹਦਾ ਤੂੰ ਕਤਲ ਕੀਤਾ ਵਾ। ਪੁਲਿਸ ਨੇ ਕੀ ਕੀਤਾ, ਜਦੋਂ ਮਾਤਾ ਨੂੰ ਤੇ ਗੁੱਡੀ ਨੂੰ ਛਡਾ ਲਿਆਈ ਸਾਡੇ ਪਿੰਡ ਦੀ ਪੰਚਾਇਤ, ਇਹ ਵਾਅਦਾ ਕਰਕੇ ਕਿ ਅਸੀਂ ਭਰਾ ਨੂੰ ਪੇਸ਼ ਕਰ ਦਿੰਦੇ ਹਾਂ, ਜਾਣੀ ਕਿ ਮੈਨੂੰ ਪੇਸ਼ ਕਰਤਾ। ਤੇ ਸਰਪੰਚ ਜਿਹੜਾ SHO ਸੀ ਉਹਨੇ ਕੀ ਕੀਤਾ, ਆਪਦੇ ਦੋ ਖਾਸ ਬੰਦੇ ਗਵਾਹ ਬਣਾ ਕੇ, ਇੱਕ ਨੂੰ ਸਰਪੰਚ, ਇੱਕ ਮੈਂਬਰ ਜਿਹਦੇ ਘਰੇ ਉਹ ਕਿਰਾਏ ਤੇ ਰਹਿੰਦਾ ਸੀ ਉਹਨੂੰ ਗਵਾਹ ਬਣਾ ਲਿਆ। ਸਰਪੰਚ ਕਹਿੰਦਾ ਕਿ ਮੇਰੇ ਕੋਲ ਇਹ ਮੰਨਿਆ ਵਾ, ਤੇ ਜਿਹੜਾ ਮੈਂਬਰ ਸੀ ਉਹ ਕਹਿੰਦਾ ਵੀ ਸਾਲ ਪਹਿਲਾਂ ਮੈਂ ਇਹਨਾਂ ਦੇ ਘਰ ਮੂਹਰ ਦੀ ਤੜਕੇ 4-5 ਵਜੇ ਲੰਘਿਆ ਜਾਂਦਾ ਸੀ, ਇਹ ਘਰ ਦੇ ਵਿੱਚ ਉੱਚੀ ਉੱਚੀ ਵਿਹੜੇ 'ਚ ਖੜੇ ਗੱਲਾਂ ਕਰਦੇ ਸੀ, ਰਾਏ ਬਣਾਉਂਦੇ ਸੀ ਕਿ ਆਪਾਂ ਕਤਲ ਕਰਨਾ ਵਾ। ਇਹ ਦੋ ਗਵਾਹ ਬਣਾ ਕੇ ਕਤਲ ਬਣਾਤਾ। ਜਦੋਂ ਕਿ ਨਾ ਕਤਲ ਹੋਇਆ ਤੇ ਸਾਰੇ ਦਾ ਸਾਰਾ ਸਾਲ ਭਰ ਬੈਕ ਦੀ ਡੇਟ ਦੇ ਵਿੱਚ ਪਿੱਛੇ ਨੂੰ ਮਤਲਬ ਜਿਮਨੀ ਰਿਕਾਰਡ ਫੇਕ ਤਿਆਰ ਕਰ ਲਿਆ। ਉਹ ਸਾਰਾ ਫਿਰ ਮੈਂ RTI ਦੇ ਵਿੱਚ ਕਢਾਇਆ। ਉਹ ਫੇਕ ਕਿਵੇਂ ਪਤਾ ਲੱਗਿਆ ਸਾਨੂੰ ਕਿ ਜਿਮਨੀ ਰਿਕਾਰਡ ਜਿਹੜਾ ਮਤਲਬ ਕਤਲ ਕੇਸ ਦਾ ਬਣਾਇਆ ਉਹਦੇ ਵਿੱਚ 40 ਰੇਡਾਂ ਦਿਖਾਈਆਂ, ਬੈਕ ਡੇਟ ਨੂੰ ਸਾਲ ਭਰ ਦਾ ਗੈਪ ਸੀਗਾ ਵਿਚਾਲੇ, ਉਹਨੂੰ ਪੁਰ ਕਰਨ ਵਾਸਤੇ ਉਹ 40 ਰੇਡਾਂ ਦੇ ਵਿੱਚ ਅੱਧੀਆਂ ਸਰਕਾਰੀ ਜਿਪਸੀ ਤੇ ਦਿਖਾਤੀਆਂ, ਅੱਧੀਆਂ ਪ੍ਰਾਈਵੇਟ ਵਹੀਕਲ ਤੇ। ਸਰਕਾਰੀ ਜਿਪਸੀ ਦੀ ਜਦੋਂ ਮੈਂ ਲੌਗ ਬੁੱਕ ਮੰਗੀ ਤਾਂ ਇੱਕ ਵੀ ਰੇਡ ਉਹਦੇ 'ਚ ਦਰਜ ਨਹੀਂ। ਜਦੋਂ ਮੈਂ ਪ੍ਰਾਈਵੇਟ ਰਿਕਾਰਡ ਮੰਗਿਆ ਵੀ ਤੂੰ ਰੇਡਾਂ ਕਰਦਾ ਸੀ ਤਾਂ ਉਹ ਜਿਹੜੇ ਸਕੂਟਰਾਂ ਮੋਟਰਸਾਈਕਲਾਂ ਦੇ ਨੰਬਰ ਦਿੱਤੇ ਉਹ ਏਜੰਸੀ 'ਚੋਂ ਹੀ ਬਾਅਦ 'ਚ ਨਿਕਲਦੇ ਆ, ਮਤਲਬ ਏਜੰਸੀ 'ਚੋਂ ਨਿਕਲੇ 2004-5-6 ਦੇ ਵਿੱਚ ਤੇ ਰੇਡਾਂ 2004-5 ਦੀਆਂ, ਕਹਿਣ ਦਾ ਮਤਲਬ ਫੇਕ ਬਣੇ। ਉਸ ਤੋਂ ਬਾਅਦ ਫਿਰ ਉਹਨੇ ਇਸ ਗੱਲ ਦੇ ਉੱਤੇ ਮਾਫੀਨਾਮਾ ਦੇ ਕੇ ਮਾਫੀ ਵੀ ਮੰਗੀ, ਉਹ ਵੀ ਸਾਡੇ ਕੋਲੇ RTI ਦੇ ਵਿੱਚ ਫਿਰ ਮੈਂ ਲਿਆ। ਇਸ ਤੋਂ ਬਾਅਦ ਫਿਰ ਮੈਂ ਸਾਰਾ ਰੋਜ਼ਨਾਮਚਾ ਮੰਗ ਲਿਆ, ਰੋਜ਼ਨਾਮਚੇ 'ਚ ਇੱਕ ਵੀ ਰੇਡ ਦਰਜ ਨਹੀਂ, ਉਹ ਵੀ ਸਾਰਾ ਮੇਰੇ ਕੋਲੇ ਹੁਣ ਵੀ ਮੇਰੇ ਕੋਲੇ ਅਵੇਲੇਬਲ ਆ, ਸਾਰੇ ਸਾਲ ਦਾ ਰੋਜ਼ਨਾਮਚਾ। ਹਾਂਜੀ, ਜਾਤੀ ਦੁਸ਼ਮਣੀ ਇਹ ਸੀ ਕਿ ਜਿਸ ਥਾਣੇ ਦਾ ਉਹ ਗੁਰਿੰਦਰ ਸਿੰਘ ਵੱਲ ਅੱਜ ਕੱਲ੍ਹ DSP ਆ, ਉਹ ਜਿਹੜੇ ਸਿਟੀ ਥਾਣੇ ਜਗਰਾਉਂ ਦਾ ਆਪਦੇ ਆਪ ਨੂੰ SHO ਕਹਿੰਦਾ, ਉਹ 2004-5 'ਚ ਥਾਣਾ ਹੀ ਹੈ ਨਹੀਂ ਸੀ। ਫਿਰ ਪੁਲਿਸ ਨੂੰ ਇਹ ਗੱਲ ਲਿਖ ਕੇ ਮੈਨੂੰ ਦੇਣੀ ਪਈ, DIG ਦਫ਼ਤਰ ਨੂੰ, DGP ਦਫ਼ਤਰ ਨੂੰ, ਕਿ ਥਾਣਾ ਭਾਵੇਂ ਨਹੀਂ ਸੀ ਪਰ ਸਾਡੇ ਅਫਸਰਾਂ ਦੇ ਜਵਾਨੀ ਹੁਕਮਾਂ ਤੇ SHO ਲੱਗਿਆ ਸੀ। ਇਹ ਰਿਕਾਰਡ ਵੀ ਮੇਰੇ ਕੋਲੇ ਆ। ਕਹਿਣ ਦਾ ਮਤਲਬ ਕੀ ਵੀ ਇਹ ਜਿਹੜੇ ਪੰਜਾਬ ਪੁਲਿਸ ਦੇ ਕੁਝ ਇਸ ਤਰ੍ਹਾਂ ਦੇ ਥਾਣੇ ਜਿਹੜੇ ਕਾਲੇ ਦੌਰ ਮੌਕੇ ਦੇ ਉਵੇਂ ਹੀ ਤੁਰੇ ਆਉਂਦੇ ਰਹੇ ਤੇ ਉਹਦਾ ਜਿਹੜਾ ਪਰਛਾਵਾਂ ਉਹ 2005 ਤੱਕ ਮਤਲਬ ਉਵੇਂ ਰਿਹਾ ਤੇ ਉਹ 2 ਨੰਬਰ ਦੇ ਵਿੱਚ ਥਾਣੇਦਾਰ ਲੱਗਿਆ ਹੋਇਆ ਸੀਗਾ। ਕਾਗਜ਼ਾਂ ਦੇ ਵਿੱਚ ਉਹਦਾ ਕਿਤੇ ਕੋਈ ਰਿਕਾਰਡ ਨਹੀਂ ਹੈਗਾ, ਇਹ ਲਿਖਤੀ ਰੂਪ ਦੇ ਵਿੱਚ ਮੈਨੂੰ ਦਿੱਤਾ ਉਹਨਾਂ ਨੇ। ਉਸ ਤੋਂ ਬਾਅਦ ਇਸ ਥਾਣੇ ਦੇ ਜਦੋਂ ਉਹ ਲੱਗਿਆ ਹੋਇਆ ਸੀ ਤਾਂ ਉਹਦੇ ਕੋਲੇ ਬਹੁਤ ਸਾਰੀਆਂ ਜਿਹੜੇ ਉਹਨੇ ਐਜ SHO ਕਹਿ ਲਓ ਬਈ ਸ਼ਿਕਾਇਤਾਂ ਉਹਦੇ ਕੋਲੇ ਆਈਆਂ ਤੇ ਲੋਕਾਂ ਦੇ ਉੱਤੇ ਅਤਿਆਚਾਰ ਕੀਤੇ। ਉਹ ਸ਼ਿਕਾਇਤਾਂ ਸਾਡੇ ਕੋਲੇ ਆਈਆਂ ਕਿਉਂਕਿ ਮੈਂ ਜਥੇਬੰਦੀਆਂ ਦੇ ਨਾਲ ਜੁੜਿਆ ਹੋਇਆ ਸੀ, ਇਸ ਕਰਕੇ ਉਹਨੇ ਮੈਨੂੰ ਟਾਰਗੇਟ ਕੀਤਾ। ਇੱਕ ਅਚਾਨਕ ਵਾਪਰੀ ਹੋਈ ਘਟਨਾ ਸਾਲ ਪੁਰਾਣੀ ਨੂੰ ਮਰਡਰ ਬਣਾਤਾ ਸਾਲ ਬਾਅਦ। ਉਹ ਉਹਦੇ ਵਿੱਚ ਜਿਹੜੀ ਪਰਿਵਾਰ ਤੇ ਵੀ ਅਤਿਆਚਾਰ ਕੀਤਾ। ਮੁੱਖ ਰੂਪ ਦੇ ਵਿੱਚ ਇਹ ਜਿਹੜੀ ਔਨ ਰਿਕਾਰਡ ਸਾਬਤ ਕਰਦੇ ਅਸੀਂ ਗੱਲ, ਉਹ ਸੀ ਨਜਾਇਜ਼ ਹਰਾਸਤ। ਅਤਿਆਚਾਰਾਂ ਦੇ ਭਾਵੇਂ ਜਿਹੜੇ ਸਬੂਤ ਆ ਉਹ ਮੈਡੀਕਲੀ ਉਸ ਟਾਈਮ ਦੇ ਉੱਤੇ ਪੰਚਾਇਤ ਨੇ ਪੇਸ਼ ਕਰਤੇ, ਪਰ ਮੈਂ ਕਿਉਂਕਿ 3 ਸਾਲ ਬਾਅਦ ਫਿਰ ਮੈਂ ਜੇਲ੍ਹ ਦੇ ਵਿੱਚੋਂ ਆਇਆ, ਮੈਂ ਆ ਕੇ ਸਾਰਾ ਰਿਕਾਰਡ ਜੇਲ੍ਹ ਦੇ ਵਿੱਚੋਂ ਬਾਹਰ ਆ ਕੇ ਕਢਾਇਆ
ਉਦੋਂ ਤੱਕ ਜਿਹੜਾ ਪੁਲਿਸ ਨੇ ਉਹ ਸਾਰਾ ਰਿਕਾਰਡ ਡਿਸਟਰਾਏ ਕਰਤਾ। ਮੇਰੇ ਤੇ ਉਹੀ ਮੇਰੀ ਭਤੀਜੀ ਦਾ ਕੇਸ ਪਾਤਾ 302। ਕਿਉਂ ਲੈ ਗਈ ਸੀ ਤੁਹਾਡੀ ਭਤੀਜੀ ਸੁਸਾਈਡ? ਕਿਹਾ ਜਾ ਰਿਹਾ ਸਾਡੇ ਪਰਿਵਾਰ ਦੇ ਜੋ ਮਤਲਬ ਆਪਦੇ ਹੈਗੇ ਆ ਵਿਚਾਰ ਕਹਿ ਲਓ ਜਾਂ ਵਿਊ ਕਹਿ ਲਓ ਹਾਂ, ਉਹ ਇਹ ਸੀ, ਹਾਂ ਭਰਾ ਭਰਜਾਈ, ਉਹ ਇਹ ਸੀ ਵੀ ਕਿ ਸਾਡੀ ਜਿਹੜੀ ਬੱਚੀ ਸੀ ਇਹ ਮਾਤਾ ਸਾਡੀ ਭਰਜਾਈ ਮੇਰੀ ਨਾਲ ਹੀ ਬੈਠੀ ਆ, ਉਹ ਸੀਗੀ 15-16 ਕੁ ਸਾਲ ਦੀ ਸੀ। 10ਵੀਂ ਦੇ ਵਿੱਚੋਂ 99-90% ਨੰਬਰ ਆਏ। ਮੈਂ ਡਾਕਟਰ ਬਣਨਾ ਵਾ, ਵਧੀਆ ਕਾਲਜ ਦੇ ਵਿੱਚ ਦਾਖਲਾ ਦਵਾਤਾ, ਮੈਡੀਕਲ ਦੇ ਵਿੱਚ ਦਾਖਲਾ ਦਵਾਤਾ, ਨਹੀਂ ਚੱਲ ਸਕੀ, ਅਲਟੀਮੇਟਲੀ ਉਹ ਸੁਸਾਈਡ ਕਰ ਗਈ 31/7/2004, ਜਿਸ ਦਿਨ ਸ਼ਹੀਦ ਊਧਮ ਸਿੰਘ ਜੀ ਦੀ ਛੁੱਟੀ ਹੁੰਦੀ ਆ। ਤੇ ਦੂਜੇ ਦੋਨੇ ਬੱਚੇ ਛੋਟੇ ਭਰਾ ਉਹ ਵੀ ਘਰ 'ਚ ਨੇ। ਉਹਨੇ ਨੇ ਹੀ ਇਹ ਮਾਂ-ਬਾਪ ਨੂੰ ਜਿਹੜੇ ਕਿ ਘਰੇ ਉਸ ਟਾਈਮ ਨਹੀਂ ਸੀਗੇ, ਉਹਨਾਂ ਨੂੰ ਫੋਨ ਕਰਕੇ ਦੱਸਿਆ ਵੀ ਮੰਮਾ ਘਰ ਦੇ ਵਿੱਚ ਘਟਨਾ ਵਾਪਰ ਗਈ ਆ। ਉਸ ਤੋਂ ਉਹਨਾਂ ਦੇ ਆਉਣ ਤੋਂ ਪਹਿਲਾਂ ਸਾਰੀ ਜਿਹੜੀ ਸਾਡੇ ਜਗਰਾਉਂ ਦੀ ਪੁਲਿਸ ਆ ਉਹ ਅਵੇਲੇਬਲ ਸੀ। ਸ਼ਹਿਰ ਦੇ ਲੋਕ ਮੋਹਤਬਰ ਸੀਗੇ। ਪੁਲਿਸ ਨੇ ਲਾਸ਼ ਆ ਜਿਹੜੀ ਪੱਖੇ ਨਾਲੋਂ ਲਾ ਕੇ ਬੈੱਡ ਤੇ ਰੱਖ ਲਈ, ਪਰ ਪੱਖੇ ਤੋਂ ਬੈੱਡ ਤੱਕ ਦੇ ਪਾਰਟ ਨੂੰ ਕੰਸੀਲ ਕਰਤਾ ਤੇ ਬੈੱਡ ਤੋਂ ਕਹਾਣੀ ਸ਼ੁਰੂ ਕਰਕੇ ਇਹ ਬਣਾਤਾ ਕਿ ਵੀ ਇਹ ਮਰਡਰ ਇਹਨਾਂ ਨੇ ਖੁਦ ਕੀਤਾ ਤੇ ਬਣਾਇਆ ਸਾਲ ਬਾਅਦ। ਉਹ ਸਾਰੇ ਦਾ ਸਾਰਾ ਅਸੀਂ ਔਨ ਰਿਕਾਰਡ, ਜਿਵੇਂ ਕਿ ਇੱਕ ਗੱਲ ਰਿਕਾਰਡ ਦੇ ਉੱਤੇ ਸਾਬਤ ਕੀਤੀ। ਡੀਜੀਪੀ ਰਜਿੰਦਰ ਸਿੰਘ ਜੀ ਦਾ ਮੈਂ ਤੁਹਾਨੂੰ ਫੋਨ ਵੀ ਨੰਬਰ ਵੀ ਦੇਵਾਂਗਾ, ਉਹਨਾਂ ਦੇ ਨਾਲ ਤੁਸੀਂ ਫੋਨ ਤੇ ਵੀ ਗੱਲ ਕਰ ਸਕਦੇ ਹੋ। ਉਹਨਾਂ ਨੇ ਫਿਰ ਇੱਕ ਫਾਈਨਲ ਰਿਪੋਰਟ ਤਿਆਰ ਕੀਤੀ ਕਿ ਇਸ ਪਰਿਵਾਰ ਦੇ ਨਾਲ ਪੁਲਿਸ ਨੇ ਇੰਨਾ ਅਤਿਆਚਾਰ ਕੀਤਾ ਵਾ, ਇਹਨਾਂ ਨੂੰ 5-5 ਲੱਖ ਰੁਪਈਆ 20 ਲੱਖ ਰੁਪਈਆ ਮੁਆਵਜ਼ੇ ਦੀ ਵੀ ਦੇਣਾ ਚਾਹੀਦਾ। ਉਹਨਾਂ ਨੇ ਇਹ ਵੀ ਸਿਫਾਰਿਸ਼ ਕੀਤੀ। ਯੈਸ ਸਰ। ਪਰ ਬਾਵਜੂਦ ਇਸ ਦੇ ਇਸ ਡੀਐਸਪੀ ਨੂੰ ਦੋਨੇ ਸਰਕਾਰਾਂ ਨੇ ਬਚਾਇਆ, ਜਾਣੀ ਦੀ ਕੈਪਟਨ ਅਮਰਿੰਦਰ ਸਿੰਘ ਵਾਲੀ ਕਾਂਗਰਸ ਸਰਕਾਰ ਨੇ ਤੇ ਸੁਖਬੀਰ ਬਾਦਲ ਵਾਲੀ ਜਾਂ ਕਹਿ ਲਈਏ ਵੀ ਬਾਦਲ ਸਾਹਿਬ ਵਾਲੀ ਅਕਾਲੀ ਸਰਕਾਰ ਨੇ। ਕਾਰਨ ਕੀ ਸੀ? ਇਹ ਬੰਦਾ ਗੁਰਿੰਦਰ ਸਿੰਘ ਬੱਲ ਜਿਹੜਾ ਕਿ ਹੁਣ ਭਵਾਨੀਗੜ੍ਹ ਡੀਐਸਪੀ ਸੀ, ਪਰ ਹੁਣੇ ਪਰਚੇ ਤੋਂ ਬਾਅਦ ਉਹਦੀ ਜਿਹੜੀ ਬਦਲੀ ਆ ਉਹ ਬਹਾਦਰਗੜ੍ਹ ਪੀਏਪੀ ਦੇ ਵਿੱਚ ਕੀਤੀ ਗਈ ਆ, ਸਿਰਫ ਇੱਕ ਖਾਨਾ ਪੂਰਤੀ ਵਾਸਤੇ ਇਹਨੂੰ ਪਾਸੇ ਕੀਤਾ ਗਿਆ ਵਾ। ਪਰ ਪਿਛਲੇ ਟਾਈਮ ਦੇ ਵਿੱਚ ਇਹ ਜਿੰਨਾ ਟਾਈਮ ਕੈਪਟਨ ਸਰਕਾਰ ਰਹੀ, ਇਹ ਬੰਦਾ ਸਨੌਰ ਐਸਐਚਓ ਲੱਗਿਆ ਰਿਹਾ ਔਰ ਉੱਥੇ ਹੀ ਫਿਰ ਡੀਐਸਪੀ ਬਣਾਇਆ। ਸਨੌਰ ਦੇ ਵਿੱਚ ਜਿਹੜੀ ਘਟਨਾ ਵਾਪਰੀ ਸੀ ਉਹ ਵੀ ਇਹਦੀ ਸੁਪਰਵਿਜ਼ਨ ਥੱਲੇ ਹੀ ਵਾਪਰੀ ਸੀ, ਜਿਹੜੇ ਇੱਕ ਨੌਜਵਾਨ ਮੁੰਡਿਆਂ ਨੂੰ ਰਾਤ ਨੂੰ ਕੁੱਟਣ ਦੀ ਇੱਕ ਵੀਡੀਓ ਵਾਇਰਲ ਹੋਈ ਸੀਗੀ। ਕਹਿਣ ਦਾ ਮਤਲਬ ਮੇਰਾ ਇਹ ਆ ਵੀ ਦੋਨੇ ਸਰਕਾਰਾਂ ਨੇ ਇਹਨੂੰ ਬਚਾਇਆ। ਹੁਣ ਅਸੀਂ ਆਸ ਕਰਦੇ ਸੀ ਕਿ ਭਗਵੰਤ ਮਾਨ ਦੀ ਜਿਹੜੀ ਨਵੀਂ ਸਰਕਾਰ ਬਣੀ ਆ ਇਹ ਸਾਡੀ ਆਵਾਜ਼ ਨੂੰ ਪਛਾਣੂਗੀ, ਸਮਝੂਗੀ ਤੇ ਸਾਨੂੰ ਇਨਸਾਫ ਦੇਊਗੀ, ਜਿਵੇਂ ਕਿ ਇਹਨਾਂ ਨੇ ਦਾਅਵਾ ਕੀਤਾ ਸੀਗਾ। ਪਰ ਅਜੇ ਤੱਕ ਸਾਡੇ ਜਿਹੜੇ ਹਲਕੇ ਦੇ ਵਿਧਾਇਕ ਆ ਉਹਨਾਂ ਨੇ ਅਖਬਾਰ ਦੇ ਵਿੱਚ ਖਬਰ ਲਵਾਈ ਆ ਕਿ ਮੈਂ ਇਹ ਮਾਮਲਾ ਭਗਵੰਤ ਮਾਨ ਕੋਲੇ ਪਹੁੰਚਾਤਾ ਵਾ, ਪਰ 304, 342, 34 SC/ST ਐਕਟ ਦਾ ਪਰਚਾ ਦਰਜ ਹੋਣ ਦੇ ਬਾਵਜੂਦ ਨਾ ਤਾਂ ਉਸ ਬੰਦੇ ਦੀ ਗ੍ਰਿਫਤਾਰੀ ਕੀਤੀ ਗਈ, ਇੱਥੋਂ ਤੱਕ ਕਿ ਅਜੇ ਤੱਕ ਉਹਨੇ ਜ਼ਮਾਨਤ ਵੀ ਨਹੀਂ ਲਈ ਤੇ ਨਾ ਹੀ ਉਹਦੇ ਕੋਲ ਕੋਈ ਅਰੈਸਟ ਸਟੇ ਆ। ਪਰ ਪੁਲਿਸ ਚਲਾਕੀ ਕੀ ਵਰਤ ਰਹੀ ਆ ਕਿ ਜਗਰਾਉਂ ਪੁਲਿਸ ਨੇ ਮੇਰੇ ਨਾਂ ਤੇ ਇੱਕ ਫੇਕ ਲੈਟਰ ਬਣਾ ਕੇ ਡੀਜੀਪੀ ਨੂੰ ਲਿਖਤਾ, ਐਸਐਸਪੀ ਨੇ, ਕਿ ਇਕਬਾਲ ਸਿੰਘ ਜਗਰਾਉਂ ਤੋਂ ਇਹਦੀ ਇਨਵੈਸਟੀਗੇਸ਼ਨ ਨਹੀਂ ਕਰਾਉਣੀ ਚਾਹੁੰਦਾ ਤੇ ਫਾਈਲ ਆ ਜਿਹੜੀ ਇਨਵੈਸਟੀਗੇਸ਼ਨ ਵਾਸਤੇ ਡਾਇਰੈਕਟਰ ਬਿਊਰੋ ਦਫ਼ਤਰ ਚੰਡੀਗੜ੍ਹ ਡੀਜੀਪੀ ਦਫ਼ਤਰ ਭੇਜਤੀ। ਉਹ ਸਾਨੂੰ ਬੁਲਾ ਰਹੇ ਆ ਕਿ ਸਾਡੇ ਕੋਲੇ ਆਓ। ਅਸੀਂ ਕਿਹਾ ਅਸੀਂ ਤੁਹਾਡੇ ਕੋਲੇ ਆਉਣਾ ਹੀ ਨਹੀਂ, ਕਿਉਂਕਿ ਸਾਨੂੰ ਪਤਾ ਤੁਸੀਂ ਮੁਕੱਦਮਾ ਕੈਂਸਲ ਕਰਨ ਵਾਸਤੇ, ਇਹ ਡੀਐਸਪੀ ਨੂੰ ਬਚਾਉਣ ਵਾਸਤੇ ਤੇ ਦੂਜੇ ਐਸਆਈ ਨੂੰ ਬਚਾਉਣ ਵਾਸਤੇ ਤੇ ਆਪਦੇ ਸਰਪੰਚ ਨੂੰ ਬਚਾਉਣ ਵਾਸਤੇ ਤੁਸੀਂ ਇੱਕ ਗਾਂਢ ਸਾਂਢ ਕਰ ਲਈ ਆ। ਇਸ ਕਰਕੇ ਅਸੀਂ ਲੋਕ ਕਚਹਿਰੀ ਦੇ ਵਿੱਚ ਤੇ ਸਾਡੇ ਜਿਹੜੇ ਮੀਡੀਆ ਭਰਾਵਾਂ ਰਾਹੀਂ ਇਹ ਮੁੱਦਾ ਅਸੀਂ ਉੱਪਰ ਤੱਕ ਲੈ ਕੇ ਜਾਵਾਂਗੇ। ਅਸੀਂ ਤੁਹਾਡੀ ਇਨਵੈਸਟੀਗੇਸ਼ਨ ਦੇ ਵਿੱਚ ਇਸ ਤੁਹਾਡੇ ਮੁਤਾਬਕ ਸ਼ਾਮਲ ਨਹੀਂ ਹੋਵਾਂਗੇ। 304 ਤੋਂ ਇਲਾਵਾ ਕੀ ਲਾਇਆ? 304, 342 ਨਜਾਇਜ਼ ਹਿਰਾਸਤ ਵਿੱਚ ਰੱਖਣਾ ਜਾਂ ਝੂਠਾ ਹੋਰ ਰਿਕਾਰਡ ਬਣਾਉਣਾ ਤੇ SC/ST ਐਕਟ 34 ਇਹ ਧਾਰਾਵਾਂ ਲੱਗੀਆਂ ਹੋਈਆਂ। 304 ਤਾਂ ਫਿਰ ਲਈ ਫੇਵਰ ਕਰਨ ਵਾਲੀ ਧਾਰਾ ਨਹੀਂ ਜੀ, 304 ਤਾਂ ਇਸ ਕਰਕੇ ਲਾਈ ਸੀ ਕਿ ਪੁਲਿਸ ਨੇ। ਕੀ ਹੁੰਦੀ ਹੈ 304? 304 ਇਸ ਕਰਕੇ ਲਾਈ ਸੀ ਵੀ ਕੁੜੀ ਨੂੰ ਮਰਨ ਵਾਸਤੇ ਮਜਬੂਰ, ਮਾਰਨ ਦਾ ਇਰਾਦਾ ਨਹੀਂ ਸੀ ਪਰ ਮੇਰੇ ਤੋਂ ਮਰ ਗਿਆ, ਇਹ ਹੁੰਦੀ ਹੈ 304। ਬਿਲਕੁਲ ਉਹ ਚਲੋ ਪੁਲਿਸ ਨੇ ਜਾਂਦਾ ਸੀ, ਬੰਦਾ ਮਰ ਗਿਆ ਮੇਰੇ ਤੋਂ। ਆਪਦੇ ਹਿਸਾਬ ਦੇ ਨਾਲ ਪੁਲਿਸ ਨੇ ਦੇਖੋ ਲਾਈ ਆ। ਅਸੀਂ ਤਾਂ ਮੰਗ ਕਰ ਰਹੇ ਸੀਗੇ ਵੀ ਇੱਕ ਧਾਰਾ ਵਾ ਕਿ ਜੇ ਕਿਸੇ ਬੰਦੇ ਦੇ ਉੱਤੇ ਕੋਈ ਪੁਲਿਸ ਅਫਸਰ ਲੋਕ ਸੇਵਕ ਹੁੰਦੇ ਹੋਏ ਅਦਾਲਤ ਦੇ ਵਿੱਚ ਝੂਠਾ ਰਿਕਾਰਡ ਬਣਾ ਕੇ ਉਹਨੂੰ ਝੂਠੇ ਗਵਾਹਾਂ ਦਵਾ ਕੇ ਉਹਨੂੰ ਸਜ਼ਾ ਦਿਵਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹ ਧਾਰਾ 100 ਸਾਡੇ ਵਕੀਲ ਸਾਹਿਬ ਦੱਸਦੇ ਆ ਵੀ 193 194 ਹਾਂ ਇਹ ਧਾਰਾ ਵਾ ਨਹੀਂ IPC ਦੀ, ਤੇ ਉਹਦੇ ਤਹਿਤ ਉਨੀ ਹੀ ਸਜ਼ਾ ਉਸ ਬੰਦੇ ਨੂੰ ਤੇ ਕੇਸ ਚੱਲੂਗਾ, ਉਨੀ ਸਜ਼ਾ ਹੀ ਹੋਊਗੀ ਜਿੰਨੀ ਮੈਨੂੰ ਉਹਦੇ ਵਿੱਚ ਹੋਣੀ ਸੀ। ਜਾਣੀ ਜੇ ਮੈਨੂੰ ਲਾਈਫ ਇੰਪ੍ਰਿਜ਼ਨਮੈਂਟ ਹੋਣੀ ਸੀ ਤਾਂ ਉਹਨੂੰ ਵੀ ਇਹ ਹੋਊਗੀ। ਅਸੀਂ ਮੰਗ ਕਰ ਰਹੇ ਸੀ SSP ਤੋਂ ਵੀ ਇਹ ਧਾਰਾ ਲਾ, ਪਰ ਪੁਲਿਸ ਨੇ ਉਸ ਧਾਰਾ ਤੋਂ ਉਹਨੂੰ ਬਚਾਇਆ।
ਨਹੀਂ, ਅਜੇ ਤੱਕ ਅਸੀਂ ਆਪ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਇਹ ਸਾਰਾ ਕੁਝ ਸਾਡੀਆਂ ਜਥੇਬੰਦੀਆਂ ਨੇ ਸੰਭਾਲਿਆ ਹੋਇਆ ਵਾ। ਮੈਂ ਤਾਂ ਉੱਥੇ ਉਸੇ 23 ਮਾਰਚ ਤੋਂ ਧਰਨੇ ਦੇ ਉੱਤੇ ਬੈਠਾ ਵਾਂ। ਮੇਰੀ ਮਾਤਾ ਉੱਥੇ ਭੁੱਖ ਹੜਤਾਲ ਤੇ ਬੈਠੀ ਆ, ਤਾਂ ਕਿ ਬਈ ਪਰਚਾ ਦਰਜ ਹੋਣ ਤੋਂ ਬਾਅਦ ਉਹ ਬੰਦਾ ਖੁੱਲਾ ਫਿਰਦਾ ਵਾ, ਉਹ ਸਬੂਤਾਂ ਨਾਲ ਵੀ ਹੇਰ-ਫੇਰ ਕਰ ਰਿਹਾ ਵਾ, ਉਹ ਹਰ ਕਿਸਮ ਦੇ ਨਾਲ ਪ੍ਰਭਾਵਿਤ ਕਰ ਰਿਹਾ ਵਾ। ਪਰ ਇਹ ਆਮ ਬੰਦੇ ਦੇ ਉੱਤੇ ਜੇ ਇਹ ਧਰਾਵਾਂ ਲੱਗੀਆਂ ਹੁੰਦੀਆਂ ਤਾਂ ਉਹਦਾ ਸਾਰਾ ਟੱਬਰ ਚੱਕ ਕੇ ਪੁਲਿਸ ਨੇ ਅੰਦਰ ਕੀਤਾ ਹੁੰਦਾ। ਪਰ ਉਹ ਇੱਕ ਡੀਐਸਪੀ ਆ, ਉਹ ਇੱਕ ਐਸਆਈ ਆ। ਜਿਹੜਾ ਝੂਠਾ ਰਿਕਾਰਡ ਪੁਲਿਸ ਨੇ ਬਣਾਇਆ, ਇਹ ਵੀ ਅੱਗੇ ਜ਼ਮਾਨੇ ਵਿੱਚ ਗੱਲ ਕਹਿਣੀ ਬੜੀ ਸੌਖੀ ਹੋ ਜਾਂਦੀ ਵੀ ਝੂਠਾ ਬਣਾਤਾ। ਤੁਸੀਂ ਕਿਵੇਂ ਸਾਬਤ ਕਰੋਗੇ ਕਿ ਪੁਲਿਸ ਨੇ ਝੂਠਾ ਰਿਕਾਰਡ ਤੁਹਾਡੇ ਰੇਡਾਂ ਵਾਸਤੇ ਬਣਾਇਆ? ਮੇਰੇ ਕੋਲੇ ਹਰ ਗੱਲ ਜਿਹੜੀ ਉਹ ਰਿਕਾਰਡ ਦੇ ਉੱਤੇ ਹੈਗੀ ਆ। ਮੈਂ ਕੱਲੀ ਗੱਲ ਤੁਹਾਨੂੰ ਦਿਖਾ ਸਕਦਾ ਵਾਂ। ਆ ਦੇਖੋ, ਪਹਿਲੇ ਦਿਨ ਤੋਂ ਆਰਟੀਆਈ ਦੇ ਵਿੱਚ ਮੈਂ ਚਿੱਠੀਆਂ, ਮਤਲਬ ਜੇਲ੍ਹ ਦੇ ਵਿੱਚੋਂ ਬੈਠੇ ਨੇ ਵੀ 5 ਆਰਟੀਆਈਆਂ, ਕੋਈ 7-8 ਹਜ਼ਾਰ ਚਿੱਠੀਆਂ ਮੈਂ ਜੇਲ੍ਹ 'ਚ ਬੈਠੇ ਨੇ ਲਿਖਤੀਆਂ ਸੀਗੀਆਂ। ਸਭ ਤੋਂ ਪਹਿਲਾਂ ਜੇਲ੍ਹ ਦੇ ਵਿੱਚ ਜਾ ਕੇ, ਕਿਉਂਕਿ ਮੈਂ ਬੇਸਿਕਲੀ ਟੀਚਰ ਸੀਗਾ, ਮੈਂ ਸਭ ਤੋਂ ਪਹਿਲਾਂ ਜਾ ਕੇ ਜੇਲ੍ਹ ਦੇ ਵਿੱਚ ਬੈਠ ਕੇ ਸਾਰੇ ਕਾਨੂੰਨ ਦੀਆਂ ਕਿਤਾਬਾਂ ਪੜ੍ਹੀਆਂ, ਰੇਡਾਂ ਕਿਵੇਂ ਕਰਨੀਆਂ ਵਾ, ਕਿਵੇਂ ਇਹਨਾਂ ਨੇ ਕਾਰਵਾਈ ਕਰਨੀ ਹੁੰਦੀ, ਐਵੀਡੈਂਸ ਐਕਟ ਕੀ ਆ, ਆਈਪੀਸੀ ਕੀ ਆ, ਮੈਂ ਸਾਰੇ ਪੜ੍ਹ ਕੇ ਫਿਰ ਮੈਂ ਚਿੱਠੀਆਂ ਲਿਖਣੀਆਂ ਸ਼ੁਰੂ ਕੀਤੀਆਂ। ਫਿਰ ਮੈਂ ਇੱਕ ਕਾਗਜ਼ ਇਹਨਾਂ ਦੇ ਮਤਲਬ ਕੋਲੋਂ ਮੰਗਾਇਆ। ਮੈਂ ਤੁਹਾਨੂੰ ਦਿਖਾ ਵੀ ਦਿੰਦਾ। ਆਹ ਜਿਹੜਾ ਰਿਕਾਰਡ ਮੇਰੇ ਹੱਥ ਦੇ ਵਿੱਚ ਆ, ਇਹ ਸਿਰਫ ਮੇਰੀ ਮਾਤਾ ਤੇ ਭੈਣ ਦੀ ਨਜਾਇਜ਼ ਹਰਾਸਤ ਨਾਲ ਸੰਬੰਧਿਤ ਆ, ਸਿਰਫ ਤੇ ਸਿਰਫ ਉਹਨਾਂ ਦਾ ਪਾਰਟ ਆ। ਉਸ ਤੋਂ ਬਾਅਦ ਆ ਦੂਜਾ ਪਾਰਟ ਆ ਜਾਂਦਾ ਵਾ ਮੇਰੀ ਆਪ ਦੀ ਨਜਾਇਜ਼ ਹਰਾਸਤ ਦਾ, ਕਿ 21/7/2005 ਦੀ ਮੇਰੀ ਨਜਾਇਜ਼ ਹਰਾਸਤ। ਹੈਰਾਨੀ ਵਾਲੀ ਗੱਲ ਹੈ ਕਿ ਮੈਂ 21/7/2005 ਨੂੰ ਪੁਲਿਸ ਦੀ ਕਸਟਡੀ ਦੇ ਵਿੱਚ ਆ, ਪਰ ਪੁਲਿਸ ਨੇ ਜਿਹੜੀ ਐਸਐਚਓ ਨੇ ਜਿਹੜੀ ਗ੍ਰਿਫਤਾਰੀ ਦਿਖਾਈ ਮੇਰੀ 22 ਤਰੀਕ ਦੇ ਵਿੱਚ, ਜਿਹੜੀ ਦੂਜੇ ਦਿਨ। ਅਕਸਰ ਹੀ ਪੁਲਿਸ ਐਵੇਂ ਕਰਦੀ ਆ, ਪਰ 22 ਤਰੀਕ ਦੇ ਵਿੱਚ 10 ਸਾਲ ਮੇਰੇ ਤੇ ਮੁਕੱਦਮਾ ਚੱਲਦਾ ਰਿਹਾ, ਜਿਹਦੇ ਵਿੱਚੋਂ 7 ਸਾਲ ਉਹ ਬੰਦਾ ਗਵਾਹੀ ਦੇਣ ਨਹੀਂ ਆਇਆ। ਕਿਉਂ? ਕਿਉਂਕਿ ਉਹਨੂੰ ਪਤਾ ਸੀਗਾ ਕਿ ਵੀ ਇਕਬਾਲ ਸਿੰਘ ਬਰਾਬਰ ਜਿਹੜਾ ਰਿਕਾਰਡ ਕਢਾ ਰਿਹਾ ਵਾ ਤੇ ਮੈਂ ਉੱਥੇ ਝੂਠਾ ਸਾਬਤ ਹੋਣਾ। ਆਖਰ ਉਹ ਉਦੋਂ ਆਇਆ ਜਦੋਂ ਉਹਦੀ ਤਨਖਾਹ ਬੰਦ ਹੋਈ, ਜਦੋਂ ਉਹਦੀ ਗ੍ਰਿਫਤਾਰੀ ਦੇ ਮੈਂ ਆਰਡਰ ਅਦਾਲਤ ਤੋਂ ਕਰਵਾਏ। ਉਸ ਤੋਂ ਬਾਅਦ ਹੀ ਤੁਰੰਤ ਅਦਾਲਤ ਨੇ ਮੈਨੂੰ ਬਰੀ ਕਰਤਾ। ਤੇ ਬਰੀ ਹੋਣ ਤੋਂ ਬਾਅਦ ਵੀ ਜੱਜ ਨੇ ਆਪਦੀ ਜੱਜਮੈਂਟ ਦੇ ਵਿੱਚ ਲਿਖਿਆ, ਮੇਰੇ ਕੋਲੇ ਆ ਜੱਜਮੈਂਟ, ਕਿ ਇਹ ਇੱਕ ਕਨੈਕਟਡ ਸਟੋਰੀ ਆ, ਇੱਕ ਆਪਸ ਵਿੱਚ ਜੋੜ ਕੇ ਜਿਹੜਾ ਦੋਸ਼ ਉਹ ਲਾਏ ਗਏ ਆ। ਇਹਦੇ ਵਿੱਚ ਜਿਹੜਾ ਮਤਲਬ ਮੈਂ 302 ਦੀ ਸਜ਼ਾ ਨਹੀਂ ਸੁਣਾ ਸਕਦਾ। ਇੰਨੀ ਵੱਡੀ ਜਿਹੜੀ ਰੰਜਿਸ਼ ਹੈ, ਜਿਹੜੇ ਤੁਸੀਂ ਕਹਿ ਰਹੇ ਹੋ ਤੁਹਾਡੀ ਸਿਸਟਰ ਨੂੰ ਕਰੰਟ ਲਗਾਇਆ, ਉਹ ਹੈਂਡੀਕੈਪਡ ਹੋ ਗਏ ਆ ਦਸੰਬਰ 'ਚ, ਮੇਨ ਕਾਰਨ ਕੀ ਹੈ? ਜਿਹੜਾ ਐਸਐਚਓ ਉਸ ਸਮੇਂ ਦੇ ਵਿੱਚ ਐਸਐਚਓ ਸੀ, ਉਹਦੇ ਨਾਲ ਕੋਈ ਪਰਸਨਲ? ਬਿਲਕੁਲ ਉਸ ਟਾਈਮ ਦੇ 10 ਸ਼ਿਕਾਇਤਾਂ ਸਾਡੇ ਕੋਲੇ ਅੱਜ ਵੀ ਪੈਂਡਿੰਗ ਨੇ, ਜਾਂ ਕਹਿ ਲਈਏ ਵੀ ਉਹਦਾ ਰਿਕਾਰਡ ਆ ਸਾਡੇ ਕੋਲੇ। 10 ਪਰਿਵਾਰ ਅੱਜ ਵੀ ਸਾਡੇ ਕੋਲੇ ਬੈਠੇ ਆ, ਜਿਨ੍ਹਾਂ ਦੇ ਉੱਤੇ ਉਸ ਐਸਐਚਓ ਨੇ ਉਸ ਆਪ ਦੀ ਐਸਐਚਓਸ਼ਿਪ ਦੌਰਾਨ ਅਤਿਆਚਾਰ ਕੀਤੇ, ਜਿਹੜੀਆਂ ਧੀਆਂ ਭੈਣਾਂ ਦੇ ਨਾਲ ਉਹਨੇ ਮਤਲਬ ਕਹਿ ਲਓ ਵੀ ਗੁਨਾਹ ਕੀਤੇ, ਉਹ ਅੱਜ ਵੀ ਸਾਡੇ ਕੋਲੇ ਨੇ। ਪਰ ਵੱਖ-ਵੱਖ ਕਾਰਨਾਂ ਕਰਕੇ ਉਹ ਲੋਕ ਸਾਡੇ ਸਿੱਧੇ ਰੂਪ ਦੇ ਵਿੱਚ ਸਾਹਮਣੇ ਆਉਣ ਤੋਂ ਅਸੀਂ ਉਹਨਾਂ ਦੀ ਪੈਰਵਾਈ ਕਰਦੇ ਸੀਗੇ। ਜਿਹੜੇ ਸਾਡੇ ਕੋਲੇ ਆਉਂਦੇ ਸੀ ਅਸੀਂ ਉਹਨਾਂ ਦੀ ਪੈਰਵਾਈ ਕਰਦੇ ਹਾਂ। ਤੁਹਾਡੀ ਭਤੀਜੀ ਦਾ ਮਰਡਰ ਸੀ, 302 ਤੁਹਾਡੇ ਦਰਜ ਹੋਈ। ਬਿਲਕੁਲ। ਉਹ ਕੀ ਕਾਰਨ ਲਿਖਿਆ ਸੀ ਪੁਲਿਸ ਨੇ, ਕਿਉਂ ਤੁਸੀਂ ਆਪਣੀ ਭਤੀਜੀ ਨੂੰ ਮਾਰੋਗੇ? ਉਹ ਪੁਲਿਸ ਨੇ ਜਿਹੜੀ ਇਹਨੇ ਸਟੋਰੀ ਬਿਲਕੁਲ ਉਹਦੇ 'ਚ ਇਹਨੇ ਵਜ੍ਹਾ ਇਹ ਦੱਸੀ ਕਿ ਵੀ ਇਕਬਾਲ ਸਿੰਘ ਤੇ ਇਹਦੀ ਭਰਜਾਈ ਮਨਪ੍ਰੀਤ ਕੌਰ ਦੋਨਾਂ ਨੇ ਆਪਸ ਵਿੱਚ ਰਲ ਕੇ, ਕਿਉਂਕਿ ਇਹ ਆਪਦੀ ਭਰਜਾਈ ਦੇ ਨਾਲ ਨਜਾਇਜ਼ ਸੰਬੰਧ ਰੱਖਦਾ ਵਾ, ਕੁੜੀ ਆ ਜਿਹੜੀ ਉਹ ਉਹਦੇ ਵਿੱਚ ਅੜਿੱਕਾ ਵਾ, ਇਸ ਕਰਕੇ ਕੁੜੀ ਮਾਰ ਦਿਓ। ਜਦੋਂ ਕਿ ਸਾਡੇ ਘਰ ਦੇ ਵਿੱਚ 7 ਜੀ ਹੋਰ ਆ, ਉਹਨਾਂ ਨੂੰ ਕਿਸੇ ਨੂੰ ਕੋਈ ਅੜਿੱਕਾ ਨਹੀਂ, ਉਹ ਨਹੀਂ ਅੜਿੱਕਾ, ਮੇਰਾ ਭਰਾ ਅੜਿੱਕਾ ਨਹੀਂ, ਪਰ ਮੇਰੀ ਇੱਕੋ ਇੱਕ ਭਤੀਜੀ, ਇੱਕੋ ਹੀ ਕੁੜੀ ਹੈ ਸਾਡੀ ਇਕਲੌਤੀ, ਹੋਰ ਕੋਈ ਬੇਟ ਕੋਈ ਹੈ ਨਹੀਂ ਸਾਡੇ ਘਰ ਦੇ ਵਿੱਚ, ਉਹ ਅੜਿੱਕਾ ਸੀ। ਅਸਲ ਦੇ ਵਿੱਚ ਗੱਲ ਕੀ ਸੀ ਕਿ ਅਚਾਨਕ ਵਾਪਰੀ ਹੋਈ ਘਟਨਾ ਨੂੰ ਬਣਾਤਾ ਮਰਡਰ, ਤੇ ਸਾਰੇ ਦਾ ਸਾਰਾ ਫੇਕ। ਜੈਸ 2004 ਦੇ ਵਿੱਚ ਤੁਹਾਡੀ ਭਤੀਜੀ ਦੀ ਕੋਰਟ ਦੇ ਵਿੱਚ ਇਹ ਗੱਲ ਡਾਕਟਰਾਂ ਨੇ ਜੋ ਸਟੇਟਮੈਂਟ ਵੀ ਦਿੱਤੀ ਤੇ ਪੋਸਟਮਾਰਟਮ ਰਿਪੋਰਟ ਵੀ ਹੈ, ਉਹਦੇ ਵਿੱਚ ਸਿਰਫ ਇੱਕੋ ਗੱਲ ਲਿਖੀ ਸੀ, ਕਾਜ਼ ਆਫ ਡੈਥ ਦੇ ਤਾਂ ਕੁਐਸਚਨ ਮਾਰਕ ਸੀ ਵੀ ਪਤਾ ਹੀ ਨਹੀਂ, ਪਰ ਇੱਕ ਗੱਲ ਨਾਲ ਜ਼ਰੂਰ ਲਿਖੀ ਸੀ ਕਿ ਸਾਹ ਘੁੱਟਣ ਕਰਕੇ ਮੌਤ ਹੋਈ। ਨਾ ਤਾਂ ਇਹ ਗੱਲ ਕਲੀਅਰ ਕੀਤੀ, ਕਿਉਂਕਿ ਜਿਹੜਾ ਪੋਸਟਮਾਰਟਮ ਕਰਾਇਆ ਉਹ ਪੁਲਿਸ ਨੇ ਕਰਾਇਆ, ਤੇ ਜਿਹੜਾ ਪਾਰਟ ਸੀ ਉਹ ਕਨਸੀਲ ਕਰਤਾ ਪੱਖੇ ਤੋਂ ਲੈ ਕੇ ਬੈੱਡ ਤੱਕ ਦਾ, ਤੇ ਜਿਹੜਾ ਪੋਸਟਮਾਰਟਮ ਆ ਉਹ ਆਪਦੇ ਹਿਸਾਬ ਨਾਲ ਕਰਾਇਆ। ਮੈਂ ਆਪਦੇ ਤਜਰਬੇ ਦੇ ਵਿੱਚ ਵੀ ਇਹ ਗੱਲ ਦੇਖੀ, ਤੇ ਜੋ ਮੇਰੇ ਨਾਲ ਵੀ ਵਾਪਰਿਆ, ਮੇਰੇ ਤੇ ਵੀ ਕੁੱਟਮਾਰ ਹੋਈ, ਪਰ ਜਿਹੜਾ ਮੈਡੀਕਲ ਕਰਾਇਆ ਗਿਆ ਉਹ ਮੈਨੂੰ ਡਾਕਟਰ ਦੇ ਪੇਸ਼ ਹੀ ਨਹੀਂ ਕੀਤਾ। ਅਕਸਰ ਹੀ ਪੁਲਿਸ ਐਵੇਂ ਕਰਦੀ ਆ ਕਿ ਡਾਕਟਰ ਕੋਲੇ ਲੋਕਾਂ ਨੂੰ ਕੁੱਟ ਕਟਾਪੇ ਤੋਂ ਬਾਅਦ ਨਹੀਂ ਲੈ ਕੇ ਜਾਂਦੀ, ਪਰ ਤੁਹਾਡੇ ਮੀਡੀਆ ਦੇ ਵਿੱਚ ਜਦੋਂ ਅਸੀਂ ਟੀਵੀ ਤੇ ਦੇਖਦੇ ਆ ਤੇ ਉਦੋਂ ਬੰਦਾ ਲੰਗੜਾ ਕੇ ਉਹਨੂੰ 2 ਬੰਦੇ ਬਾਹਾਂ ਫੜ ਕੇ ਉਹਨੂੰ ਅੰਦਰ ਲੈ ਕੇ ਜਾ ਰਹੇ ਹੁੰਦੇ ਆ। ਸਭ ਤੋਂ ਜਿਹੜੀ ਪੁਖਤਾ ਉਦਾਹਰਨ ਆ ਮੇਰੇ ਕੋਲੇ, ਉਹ ਜਿਹੜੇ ਪੁਲਿਸ ਮੁਲਾਜ਼ਮ ਦਾ ਗੁੱਟ ਵੱਢਤਾ ਸੀਗਾ, ਉਹ ਨਿਹੰਗ ਸਿੰਘਾਂ ਦੀ ਅਸੀਂ ਟੀਵੀ ਤੇ ਤਸਵੀਰ ਮੈਂ ਦੇਖੀ, ਉਹ ਕੁੱਟ ਕੇ ਉਹ ਹਾਲ ਕੀਤਾ ਸੀ, ਪਰ ਤੁਸੀਂ ਉਹਦਾ ਮੈਡੀਕਲ ਚੈੱਕ ਕਰ ਲਓ, ਉਹ ਕਹਿਣਗੇ ਨੋ ਇੰਜਰੀ। ਇਹ ਹਾਲ ਆ ਸਾਡਾ ਇੱਥੇ,
ਸਾਰੇ ਥਾਣਿਆਂ ਦੇ ਵਿੱਚ ਵੀਰ ਜੀ ਕਹਿ ਰਹੇ ਸੀਗੇ ਵੀ ਉਹਨਾਂ ਨੇ ਕਰੰਟ ਕਿਉਂ ਲਾਇਆ। ਅਕਸਰ ਹੀ ਸਾਰੇ ਥਾਣਿਆਂ ਦੇ ਵਿੱਚ, ਸਾਰੀਆਂ ਚੌਂਕੀਆਂ ਦੇ ਵਿੱਚ, ਸਾਰੇ ਸੀਆਈਏ ਸਟਾਫਾਂ ਦੇ ਵਿੱਚ ਕਰੰਟ ਲਾਉਣ ਵਾਲੇ ਸਾਧਨ ਪਏ ਆ। ਕੁੱਟ ਕਟਾਪਾ ਉਤੋਂ ਤਾਂ ਛੋਟੀ ਗੱਲ ਆ, ਕਰੰਟ ਲਾਉਣ ਤੇ ਉਤੋਂ 3rd ਡਿਗਰੀ ਟਾਰਚਰ ਦੇ, ਪਰ ਬਾਵਜੂਦ ਇਸ ਦੇ ਇੱਥੇ ਕੋਈ ਸੁਧਾਰ ਨਹੀਂ। ਚਾਹੇ ਇੱਥੇ ਲੱਖ ਮਨੁੱਖੀ ਅਧਿਕਾਰ ਕਮਿਸ਼ਨ ਕੰਮ ਕਰਦੇ ਆ, ਪਤਾ ਨਹੀਂ ਕਿੰਨੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਕਰਦੀਆਂ, ਕੁਛ ਨਹੀਂ ਇੱਥੇ ਸੁਧਾਰ ਹੈਗਾ। ਪੁਲਿਸ ਹਰੇਕ ਤੇ ਹੀ ਅਤਿਆਚਾਰ ਕਰਦੀ ਆ। ਇਹ ਵੱਖਰੀ ਗੱਲ ਆ ਕਿ ਉਹਨਾਂ ਲਈ ਉਹ ਜਾਨਵਰਾਂ ਵਰਗਾ ਵਰਤਾਅ ਕਰਦੀ ਆ, ਔਰ ਉਹ ਸ਼ਰਾਬੀ ਹਾਲਤ ਵਿੱਚ ਰਾਤ ਨੂੰ ਖਾਸ ਕਰਕੇ। ਮੈਂ ਬੜੀ ਹੀ ਸਪਸ਼ਟ ਤੌਰ ਤੇ ਇਹ ਗੱਲ ਮਤਲਬ ਕਹਿਣੀ ਚਾਹੁੰਦਾ ਕਿ ਮੇਰੀ ਭੈਣ ਉਸ ਟਾਈਮ 18-20 ਸਾਲ ਦੀ ਸੀ, ਰਾਤ ਦਾ ਵੇਲਾ ਸੀ, 8-10 ਪੁਲਿਸ ਮੁਲਾਜ਼ਮ ਨੇ ਸ਼ਰਾਬੀ ਹਾਲਤ ਵਿੱਚ ਨੇ, ਤਾਂ ਆਪਾਂ ਸਮਝਦੇ ਹਾਂ ਇੱਕ ਮਨੁੱਖਤਾ ਦੇ ਹੋਣ ਦੇ ਨਾਤੇ ਵੀ ਕੀ ਕੁਝ ਵਾਪਰਿਆ ਹੋਊਗਾ। ਤੁਹਾਡੀ ਮਤਲਬ ਕਮੀ ਰਹਿ ਗਈ 15-16 ਸਾਲਾਂ ਚ ਸੀਐਮ ਤੋਂ ਜਾਣ ਦੀ ਕੋਸ਼ਿਸ਼ ਹੀ ਨਹੀਂ ਜੀ, ਹਰ ਇੱਕ ਕੋਲੇ ਗਏ। ਬਾਦਲ ਸਾਹਿਬ ਕੋਲੇ, ਹਾਂ ਬਾਦਲ ਸਾਹਿਬ ਕੋਲੇ 2 ਵਾਰੀ ਗਿਆ। ਕੈਪਟਨ ਸਾਹਿਬ ਕਿਸੇ ਨੂੰ ਨਹੀਂ ਸੀ ਮਿਲਦੇ ਗਏ। ਲੱਖ ਯਤਨ ਕਰਨ ਦੇ ਬਾਵਜੂਦ ਮੇਰੇ ਕੋਲੇ ਆਰਟੀਆਈ ਦੀਆਂ ਚਿੱਠੀਆਂ ਘੱਟ ਤੋਂ ਘੱਟ 10 ਨੇ। ਆਰਟੀਆਈ ਦੇ ਵਿੱਚ ਮੈਂ ਬਾਰ-ਬਾਰ ਪੁੱਛਦਾ ਨਾ ਕਿ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਵਾਸਤੇ ਜਿਹੜੀ ਮੈਂ ਆਹ ਲੈਟਰ ਪਾਈ ਉਹ ਤੇ ਮੈਨੂੰ ਦੱਸੋ ਕੀ ਐਕਸ਼ਨ ਟੇਕਨ ਆ। ਮੈਨੂੰ ਮਿਲਣ ਦਾ ਟਾਈਮ ਦਿੱਤਾ ਤਾਂ ਹੁਣ ਤੱਕ 4-5 ਲੈਟਰ ਤਾਜ਼ੇ ਆ ਕੈਪਟਨ ਸਾਹਿਬ ਵੇਲੇ ਦੇ ਆ। ਅੱਜ ਮਿਲਦੇ ਆ ਜੀ, ਉਹ ਬਿਜੀ ਨੇ ਜੀ, ਉਹ ਆ ਜੀ, ਉਹ ਆ। ਫੋਨ ਤੇ ਤਾਂ ਕੰਟੈਕਟ, ਪਰ ਨਹੀਂ ਕੋਈ ਮਿਲਦਾ ਇੱਥੇ, ਨਹੀਂ। ਚਰਨਜੀਤ ਚੰਨੀ ਦੇ ਦਰਵਾਜ਼ੇ ਦੇ ਉੱਤੇ ਮੈਂ ਕਹਿੰਦਾ ਦਿਨ ਪਰ ਰਾਤ ਅਸੀਂ ਇੱਕ ਕਰਤੀ, 1-1 ਵਜੇ ਤੱਕ ਮੈਂ ਉਹਦੇ ਦਰਵਾਜ਼ੇ ਤੇ ਬੈਠਾ ਰਿਹਾ ਵਾਂ। ਪ੍ਰਧਾਨ ਜੀ ਉਦੋਂ ਸਾਡੇ ਦਿੱਲੀ ਮੋਰਚਾ ਲੱਗਿਆ ਹੋਇਆ ਸੀਗਾ ਤੇ ਮੈਂ ਆਪਣੇ ਤੌਰ ਦੇ ਉੱਤੇ ਸਾਰੇ ਯਤਨ ਕੀਤੇ। ਲੁਧਿਆਣੇ ਗਿਆ ਚਰਨਜੀਤ ਚੰਨੀ, ਮੈਂ ਦਰਵਾਜ਼ੇ ਤੇ ਖੜਾ ਰਿਹਾ ਵੀ ਮੈਨੂੰ ਮਿਲੂਗਾ, ਮੈਂ ਮਿਲਣ ਵਾਸਤੇ। ਪਰ ਜਦੋਂ ਉਹਨਾਂ ਨੇ ਜਵਾਬ ਦਿੱਤਾ ਵੀ ਨਹੀਂ ਜੀ ਪਬਲਿਕ ਇੱਥੇ ਐਵੇਂ ਨਹੀਂ ਕਿਸੇ ਨੂੰ ਮਿਲਣਾ, ਤੁਸੀਂ ਉੱਥੇ ਆਇਓ। ਫਿਰ ਮੈਂ ਖਰੜ ਗਿਆ, ਉੱਥੇ ਨਹੀਂ ਇਹ ਮਿਲਿਆ, ਕਿਤੇ ਵੀ ਨਹੀਂ ਮਿਲਿਆ। ਮੇਰੇ ਕੋਲੇ ਚਿੱਠੀਆਂ ਵਾ, ਰਿਕਾਰਡ ਆ, ਮਤਲਬ ਇਸ ਗੱਲ ਦਾ। ਜਵਾਨੀ ਨਹੀਂ ਮੈਂ ਕੋਈ ਵੀ ਗੱਲ ਕਹਿੰਦਾ ਗਾ। ਚਲੋ ਤੁਹਾਡੀ ਭਤੀਜੀ ਦੀ ਡੈਥ ਹੋਈ ਆ, ਤੁਹਾਡਾ ਕਹਿਣਾ ਕਿ ਮੁਕੱਦਮਾ ਉਹਦੇ ਦਰਜ ਕਰ ਲਿਆ ਸੀ, ਲੇਕਿਨ ਤੁਹਾਡੇ ਉੱਪਰ ਪੁਲਿਸ ਨੇ ਜਿਹੜੀ ਕਾਰਵਾਈ ਪਾਉਣੀ ਸ਼ੁਰੂ ਕੀਤੀ 1 ਸਾਲ ਬਾਅਦ। 1 ਸਾਲ ਬਾਅਦ ਉਹ ਗੈਪ ਕਿਵੇਂ ਪੁਲਿਸ ਨੇ ਫਿਲ ਕੀਤਾ, ਉਹਦੇ ਬਾਰੇ ਥੋੜੀ ਡਿਟੇਲ ਹੈ? ਉਹਦੇ ਵਿੱਚ ਬਿਲਕੁਲ ਮੇਰੇ ਕੋਲ ਆਹ ਜਿਮਨੀ ਰਿਕਾਰਡ ਆ। ਸਭ ਤੋਂ ਜਿਹੜਾ ਅਹਿਮ ਗੱਲ ਆ ਉਹ ਮੈਂ ਤੁਹਾਨੂੰ ਦੱਸਦਾ ਵਾਂ, ਬੜੀ ਹੀ ਇੰਪੋਰਟੈਂਟ ਗੱਲ ਜਿਮਨੀ ਦੀ ਆ, ਦੱਸਦਾ। ਉਹਦੇ ਵਿੱਚ ਸਭ ਤੋਂ ਜਿਹੜੀ ਜ਼ਰੂਰੀ ਗੱਲ ਮੈਂ ਦੱਸਣੀ ਚਾਹੂੰਗਾ ਉਹ ਇਹ ਆ ਕਿ ਇਹ ਜਿਮਨੀ ਰਿਕਾਰਡ ਆ। ਇਹ ਸਾਲ ਭਰ ਦਾ ਜਿਮਨੀ ਰਿਕਾਰਡ ਪੁਲਿਸ ਨੇ ਫੇਕ ਤਿਆਰ ਕੀਤਾ। ਇਹ ਜਿਮਨੀ ਦੇ ਰਿਕਾਰਡ ਦੇ ਵਿੱਚ ਹਰੇਕ ਕੇਸ ਦਾ ਇੱਕ ਜਿਮਨੀ ਰਿਕਾਰਡ ਹੁੰਦਾ ਵਾ ਤੇ ਇਹ ਅਦਾਲਤ ਨੂੰ ਸਬਮਿਟ ਹੋ ਜਾਂਦਾ ਵਾ। ਆਮ ਤੌਰ ਤੇ ਸਾਡੇ ਵਕੀਲ 100-200 ਰੁਪਈਆ ਦੇ ਕੇ ਉਹਨੂੰ 2 ਨੰਬਰ 'ਚ ਕਢਾਉਂਦੇ ਆ, ਪਰ ਪਹਿਲੀ ਵਾਰੀ ਪੰਜਾਬ ਦੇ ਇਤਿਹਾਸ ਦੇ ਵਿੱਚ ਮੈਂ ਆਰਟੀਆਈ ਦੇ ਵਿੱਚ ਲਿਆ ਸੀਗਾ ਕੋਈ 250 ਆਰਟੀਆਈਆਂ ਲਿਖ ਕੇ। ਕਾਰਨ ਕੀ ਸੀ ਕਿ ਜਗਰਾਓਂ ਤੋਂ ਲੈ ਕੇ ਡੀਜੀਪੀ ਦਫ਼ਤਰ ਤੱਕ ਇਹ ਰਿਕਾਰਡ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਅਲਟੀਮੇਟਲੀ ਫੁੱਲ ਬੈਂਚ ਸੂਚਨਾ ਕਮਿਸ਼ਨ ਨੇ ਨਾਲੇ ਤਾਂ 45 ਹਜ਼ਾਰ ਰੁਪਈਆ ਐਸਐਸਪੀ ਅਸ਼ੀਸ਼ ਚੌਧਰੀ ਨੂੰ ਤੇ ਐਸਐਚਓ ਨੂੰ ਜੁਰਮਾਨਾ ਕੀਤਾ ਤੇ ਨਾਲੇ ਇਹ ਰਿਕਾਰਡ ਮੈਨੂੰ ਦਿਵਾਇਆ ਅਫੀਸ਼ੀਅਲੀ। ਜਦੋਂ ਇਹ ਰਿਕਾਰਡ ਅਫੀਸ਼ੀਅਲੀ ਆ ਗਿਆ ਤਾਂ ਫਿਰ ਮੈਂ ਅਫੀਸ਼ੀਅਲੀ ਪੇਸ਼ ਕੀਤਾ ਅਧਿਕਾਰੀਆਂ ਕੋਲੇ। ਇਹਦੇ ਵਿੱਚ ਮੈਂ ਕਿਹੜੀ ਗੱਲ ਪੇਸ਼ ਕੀਤੀ, ਇਹ 40 ਰੇਡਾਂ ਇਹਦੇ ਵਿੱਚ ਦਿਖਾਈਆਂ ਮੇਰੇ ਘਰੇ। 40 ਦੇ ਵਿੱਚੋਂ ਜਿਵੇਂ ਮੈਂ ਪਹਿਲਾਂ ਦੱਸ ਕੇ ਹਟਿਆ, ਅੱਧੀਆਂ ਸਰਕਾਰੀ ਤੇ ਵਹੀਕਲ ਤੇ, ਅੱਧੀਆਂ ਪ੍ਰਾਈਵੇਟ ਤੇ। ਇਹਦੇ ਵਿੱਚ 5 ਥਾਵਾਂ ਤੇ ਮੇਰੇ ਪਿਓ ਮਲਕੀਤ ਸਿੰਘ ਨੂੰ ਜਿੰਦਾ ਦਿਖਾਇਆ। ਕੀ ਕਿ ਇਕਬਾਲ ਸਿੰਘ ਦੇ ਘਰੇ ਉਹਦਾ ਪਿਓ ਮਲਕੀਤ ਸਿੰਘ ਹਾਜ਼ਰ ਮਿਲਿਆ, ਜਦੋਂ ਕਿ ਮੇਰੇ ਪਿਤਾ ਦੀ ਮੌਤ 6/6/94 ਨੂੰ ਹੋ ਚੁੱਕੀ ਸੀ। ਉਹਨਾਂ ਦੀ ਜਗ੍ਹਾ ਤੇ ਮੈਂ ਨੌਕਰੀ ਕਰਦਾ, ਉਹ ਵੀ ਟੀਚਰ ਸੀ, ਮੌਤ ਹੋ ਗਈ ਸੀ, ਉਹਨਾਂ ਦੀ ਜਗ੍ਹਾ ਤੇ ਮੈਨੂੰ ਨੌਕਰੀ ਮਿਲ ਗਈ। ਪਰ ਪੁਲਿਸ ਨੂੰ ਇਹ ਪਤਾ ਹੀ ਨਹੀਂ ਸੀ, ਜਾਣੀ ਦੀ ਇੰਨਾ ਝੂਠਾ ਕੇਸ ਬਣਾਇਆ ਕਿ ਉਹਨੂੰ ਇਹ ਵੀ ਨਹੀਂ ਪਤਾ ਕਿ ਮੇਰਾ ਪਿਓ ਜਿੰਦਾ ਵਾ ਹੈਗਾ ਨਹੀਂ ਹੈਗਾ। ਇੱਥੋਂ ਤੱਕ ਕਿ 22/7/2005 ਨੂੰ ਉਹ ਜਿਹੜੀ ਮੇਰੀ ਗ੍ਰਿਫਤਾਰੀ ਦੀ ਸੂਚਨਾ ਉਹ ਮੇਰੇ ਪਿਓ ਨੂੰ ਦੇ ਰਿਹਾ ਵਾ, ਉਹਦੇ 'ਚ ਉਹਦਾ ਵੀ ਇਹ ਆਰਟੀਆਈ ਦੇ ਵਿੱਚ ਰਿਕਾਰਡ ਆ। ਕੱਲੀ ਥਾਂ ਦੇ ਉੱਤੇ ਲਿਖਿਆ ਇਕਬਾਲ ਸਿੰਘ ਦਾ ਪਿਓ ਘਰੇ ਹਾਜ਼ਰ ਮਿਲਿਆ ਕਿ ਇਕਬਾਲ ਸਿੰਘ ਦੇ ਪਿਓ, ਜਿਹੜੀ ਇਕਬਾਲ ਸਿੰਘ ਦੀ ਗ੍ਰਿਫਤਾਰੀ ਦੀ ਸੂਚਨਾ ਵਾ ਉਹ ਇਕਬਾਲ ਸਿੰਘ ਦੇ ਪਿਓ ਮਲਕੀਤ ਸਿੰਘ ਨੂੰ ਦਿੱਤੀ ਜਾਂਦੀ ਆ। ਇੱਕ ਮੇਰੇ ਹੱਥੋਂ 22 ਤਰੀਕ ਦੇ ਵਿੱਚ, ਜਿਸ ਦਿਨ ਮਤਲਬ ਮੇਰੇ ਅਰੈਸਟ ਸ਼ੋਅ ਕਰਦਾ ਵਾ, ਮੇਰੇ ਹੱਥੋਂ ਇੱਕ ਪਰਨਾ ਬਰਾਮਦੀ ਦਿਖਾਈ ਕਿ ਇਹਦੇ ਨਾਲ ਇਹਨੇ ਕੁੜੀ ਦਾ ਗਲ ਘੁੱਟ ਕੇ ਮਾਰਿਆ ਸੀ ਸਾਲ ਪਹਿਲਾਂ, ਤੇ ਪਰਨਾ ਆਪਦੇ ਘਰੇ ਲੁਕੋ ਕੇ ਰੱਖਤਾ ਟਰੰਕ 'ਚ, ਤੇ ਟਰੰਕ ਦੇ ਵਿੱਚੋਂ ਪਰਨਾ ਕੱਢ ਕੇ ਅੱਜ ਇਕਬਾਲ ਸਿੰਘ ਆਪਦੇ ਪਿਓ ਮਲਕੀਤ ਸਿੰਘ ਦੇ ਸਾਹਮਣੇ ਦੇ ਰਿਹਾ ਵਾ ਤੇ ਮਲਕੀਤ ਸਿੰਘ ਫਰਦ ਬਰਾਮਦੀ ਤੇ ਸਾਈਨ ਕਰ ਰਿਹਾ, ਇਹ ਵੀ ਲਿਖਿਆ ਹੋਇਆ ਵਾ। ਜਾਣੀ ਕਿ ਉਹਨੂੰ ਇਹ ਵੀ ਨਹੀਂ ਪਤਾ ਕਿ ਇਹਦਾ ਪਿਓ ਹੈਗਾ ਕਿ ਨਹੀਂ ਹੈਗਾ। ਮਤਲਬ ਇੱਕਦਮ ਝੂਠਾ ਸਾਰਾ, A ਤੋਂ Z ਤੱਕ ਝੂਠਾ। ਇੱਕ ਗੱਲ ਨੂੰ ਡੀਜੀਪੀ ਸਾਹਿਬ ਨੇ ਮਤਲਬ ਜਦੋਂ ਇਹ ਰਿਕਾਰਡ ਜਦੋਂ ਮੈਂ ਉਹਨਾਂ ਨੂੰ ਦਿਖਾ ਰਿਹਾ ਸੀ ਨਾ ਪੜਤਾਲ ਦੇ ਦੌਰਾਨ, ਇੰਟੈਲੀਜੈਂਸ ਨੇ ਇਹ ਤਾਂ ਸਾਰਾ ਕੁਝ ਮੈਂ ਤਾਂ ਉਦੋਂ ਪੜਤਾਲਿਆ ਕਿ ਜਦੋਂ ਮੈਂ ਸਾਰਾ ਕੁਝ ਆਰਟੀਆਈ 'ਚ ਮੰਗਿਆ
ਪਰ ਇੰਟੈਲੀਜੈਂਸ ਨੇ ਮੇਰੀ ਭਰਜਾਈ ਦੀ ਚਿੱਠੀ ਦੇ ਉੱਤੇ ਸਾਰਾ ਕੁਝ ਗੁਪਤ ਰੂਪ ਦੇ ਵਿੱਚ ਆਟੋਮੈਟਿਕ ਹੀ ਕਹਿ ਲਓ ਵੀ ਬਿਨਾਂ ਸਾਨੂੰ ਦੱਸੇ ਆਪਣੇ ਤੌਰ ਦੇ ਉੱਤੇ ਗੁਪਤ ਪੜਤਾਲ ਇੰਟੈਲੀਜੈਂਸ ਨੇ ADGP ਇੰਟੈਲੀਜੈਂਸ ਨੂੰ 2007 'ਚ ਹੀ ਭੇਜਤੀ ਸੀ ਕਿ SHO ASI ਤੇ ਦੋਨੇ ਗਵਾਹ ਇਹਨਾਂ ਚਾਰਾਂ ਨੇ ਰਲ ਕੇ ਇਸ ਪਰਿਵਾਰ ਦੇ ਨੂੰ ਇਸ ਝੂਠੇ ਕੇਸ ਦੇ ਵਿੱਚ ਫਸਾਤਾ। ਤੇ ਜੇਕਰ ਕਿਉਂਕਿ ਇੰਟੈਲੀਜੈਂਸ ਕਹਿੰਦੀ ਆ ਵੀ ਅਸੀਂ ਸਿਰਫ ਰਿਪੋਰਟ ਹੀ ਭੇਜ ਸਕਦੇ ਹਾਂ, ਅਸੀਂ ਕਾਰਵਾਈ ਨਹੀਂ ਕੋਈ ਕਰ ਸਕਦੇਗੇ, ਤਾਂ ਉਹਨਾਂ ਨੇ ਆਪਦੀ ਸਿਫਾਰਿਸ਼ ਕੀਤੀ ਵੀ ਜੇਕਰ ਇਹਨਾਂ ਚਾਰਾਂ ਨੂੰ ਸਖਤੀ ਦੇ ਨਾਲ ਪੁੱਛ ਪੜਤਾਲ ਕੀਤੀ ਜਾਵੇ ਤਾਂ ਸੱਚਾਈ ਆ ਜਿਹੜੀ ਸਾਹਮਣੇ ਆ ਜੂ। ਇਹ ਸ਼ਿਕਾਇਤ ਜਾਂ ਇਹ ਪੜਤਾਲ ਅੱਜ ਵੀ DGP ਦਫ਼ਤਰ 'ਚ ਪੈਂਡਿੰਗ ਆ, ਅੱਜ ਵੀ ਇਹਦੇ ਤੇ ਕੋਈ ਕਾਰਵਾਈ ਨਹੀਂ ਹੋਈ। ਇਹ 7 'ਚ ਹੀ ਬਣ ਗਈ ਸੀ, ਪਰ ਮੈਨੂੰ ਕਦੋਂ ਮਿਲੀ 2010 'ਚ, ਕਿਉਂਕਿ ਸਿੱਧੇ ਰੂਪ ਦੇ ਵਿੱਚ RTI ਐਕਟ ਇੰਟੈਲੀਜੈਂਸ ਤੇ ਲਾਗੂ ਨਹੀਂ ਸੀ ਹੁੰਦਾ। ਪਹੁੰਚ ਨੰਬਰ 1 ਪੈਸਾ, ਨੰਬਰ 2 ਦੇ ਉੱਤੇ ਜਿੱਥੇ ਜਿੱਥੇ ਵੀ ਉਹ ਬੰਦਾ SHO ਰਿਹਾ, ਕਿਉਂਕਿ ਮੈਂ ਆਪਦੇ ਪ੍ਰੈਕਟੀਕਲ ਦੇ ਵਿੱਚ ਵੀ ਦੇਖਿਆ ਵੀ SHO ਦੀ ਤੇ SSP ਦੀ ਆਪਸੀ ਇੱਕ ਸਾਂਝ ਹੁੰਦੀ ਆ। SHO ਨੇ ਜਿਹੜਾ ਕੰਮ ਕਰਨਾ ਉਹ SSP ਨੂੰ ਪੁੱਛ ਕੇ ਕਰਨਾ, ਚਾਹੇ ਉਹ ਗਲਤ ਆ ਚਾਹੇ ਉਹ ਸਹੀ ਆ, ਚਾਹੇ ਉਹ ਜਾਇਜ਼ ਆ ਚਾਹੇ ਉਹ ਨਜਾਇਜ਼ ਆ। SSP ਉਹਦਾ ਇੱਕ ਰਖਵਾਲਾ ਹੁੰਦਾ ਵਾ। ਤੇ ਇਸ ਕੇਸ ਦੇ ਵਿੱਚ ਵੀ ਉਸ ਟਾਈਮ ਦਾ ਜਿਹੜਾ SSP ਰਾਜੀਵ ਅਹੀਰ, ਜਿਹੜਾ ਕਿ DGP ਸਾਹਿਬ ਨੇ ਆਪਦੀ ਪੜਤਾਲ ਦੇ ਵਿੱਚ ਉਹਨੂੰ ਸਿੱਧੇ ਰੂਪ ਦੇ ਵਿੱਚ ਦੋਸ਼ੀ ਠਹਿਰਾਇਆ, ਉਹਦੀ ਰਖਵਾਲੀ 1 ਨੰਬਰ ਤੇ ਕਰ ਰਿਹਾ। ਮੈਂ ਕੱਲ ਵੀ SSP ਨੂੰ ਮਿਲ ਕੇ ਇਹ ਗੱਲ ਦੱਸ ਕੇ ਆਇਆ। ਸਾਡਾ ਜਗਰਾਓਂ SSP ਦੀਪਕ ਹਲੋਰੀ ਨਵੇਂ ਆਏ ਆ, ਉਹ ਮੈਨੂੰ ਪੁੱਛਣ ਲੱਗ ਗਏ ਵੀ ਮੈਨੂੰ ਟੂ ਦੀ ਪੁਆਇੰਟ ਸਮਝਾਓ ਗੱਲ। ਤੇ ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਸਭ ਤੋਂ ਵੱਡਾ ਅੜਿੱਕਾ ਇਹ ਤੁਹਾਡੇ ਇਸ ਕੰਮ ਦੇ ਉਹਨੂੰ ਗ੍ਰਿਫਤਾਰ ਕਰਨ ਦੇ ਵਿੱਚ ਰਾਜੀਵ ਅਹੀਰ ਆ, ਜਿਹੜਾ ਕਿ ਇਸ ਟਾਈਮ IG ਦੇ ਵਿੱਚ ਜੁਆਇੰਟ ਡਾਇਰੈਕਟਰ ਲੱਗਿਆ ਹੋਇਆ ਵਾ। ਕਿਉਂਕਿ ਉਹ ਜਦੋਂ ਦਿੱਲੀੋਂ ਫੋਨ ਕਰਦਾ ਵਾ, ਸਿਰਫ ਫੋਨ ਹੀ ਨਹੀਂ ਕਰਦਾ, ਲਿਖਤੀ ਚਿੱਠੀ ਵੀ ਉਹਨੇ ਭੇਜੀ। ਕੀ ਲਿਖਦਾ ਚਿੱਠੀ ਦੇ ਵਿੱਚ ਕਿ ਮੈਂ ਉਦੋਂ ਸੁਪਰਵਾਈਜ਼ਰੀ ਅਫਸਰ ਸੀ, ਮੈਨੂੰ ਪਤਾ ਇਹ ਸਾਰਾ ਕੁਝ ਸਹੀ ਆ, ਇਕਬਾਲ ਸਿੰਘ ਝੂਠ ਬੋਲਦਾ ਵਾ, ਮੇਰੇ ਕੋਲੇ ਰਿਕਾਰਡ ਆ, ਮੈਂ ਜਵਾਨੀ ਨਹੀਂ ਕਹਿ ਰਿਹਾ ਤੇ ਮੈਂ ਉਹਨੂੰ ਰਿਕਾਰਡ ਦਿਖਾ ਰਿਹਾ। ਤੇ ਮੈਂ SSP ਸਾਹਿਬ ਨੂੰ ਕਿਹਾ ਵੀ ਦੱਸੋ ਮੈਂ ਝੂਠ ਬੋਲਦਾ ਵਾਂ ਕਿ ਰਾਜੀਵ ਅਹੀਰ ਝੂਠ ਬੋਲਦਾ ਵਾ। ਅਸਲ ਦੇ ਵਿੱਚ ਇਹ ਜਿਹੇ ਲੋਕ ਇਹਨੂੰ ਬਚਾ ਰਹੇ ਆ। ਇਹ ਤੋਂ ਬਿਨਾਂ ਆ ਜਾਂਦੇ ਆ ਸਿਆਸੀ ਲੋਕ ਜਿਨ੍ਹਾਂ ਦੀ ਇਹ ਪੁਸ਼ਤ ਪਨਾਮੀ ਕਰਦੇ ਆ, ਜਿਨ੍ਹਾਂ ਦੇ ਰਾਹੀਂ ਇਹ SHO DSP ਲੱਗਦੇ ਨੇ। ਹੁਣ ਉਹ ਲੱਗਿਆ ਸੀ ਉੱਥੇ ਸਨੌਰ, ਤਾਂ ਉੱਥੇ ਹੈਰੀਮਾਨ ਮਹਾਰਾਣੀ ਪ੍ਰਨੀਤ ਕੌਰ ਦਾ ਦੇ ਨਾਲ ਸੰਬੰਧਿਤ ਹਲਕਾ ਇੰਚਾਰਜ ਕਾਂਗਰਸ ਦਾ, ਉਹਦੀ ਜਿਵੇਂ ਕਹਿ ਲਗੇ ਅਲਟੀਮੇਟਲੀ ਉਹ ਮਹਾਰਾਣੀ ਪ੍ਰਨੀਤ ਕੌਰ ਦੀ ਬੁੱਕਲ 'ਚ ਬੈਠਾ ਸੀਗਾ। ਨਹੀਂ ਉਹਨੂੰ ਮਤਲਬ SSP ਸਾਹਿਬ ਤੇ ਸਾਡੇ ਰੀਡਰ ਮੈਨੂੰ ਦੱਸਦੇ ਰਹੇ ਆ ਕਿ ਵੀ ਅਸੀਂ ਚਾਹੁੰਦੇ ਆ ਕੁਛ ਕਰਨਾ, ਤੇਰੇ ਕੋਲ ਰਿਕਾਰਡ ਆ, ਅਸੀਂ ਕੱਲ੍ਹ ਨੂੰ ਤੂੰ ਸਾਨੂੰ ਵੀ ਫਸਾਵੇਂਗਾ, ਸਾਨੂੰ ਪਤਾ ਵਾ। ਪਰ ਕਹਿੰਦੇ ਸਾਨੂੰ ਮੋਤੀ ਮਹਿਲ 'ਚੋਂ ਫੋਨ ਆ ਜਾਂਦਾ ਵਾ। ਇਹ ਉਸ ਟਾਈਮ ਚਲੋ ਲੋਕਲ ਮੀਡੀਆ ਦੇ ਵਿੱਚ ਇਹ ਸਾਰਾ ਕੁਛ ਮੈਂ ਲਿਆਂਦਾ। ਨਹੀਂ, SSP ਸੰਧੂ ਸਾਹਿਬ ਜਦੋਂ ਮਤਲਬ ਗੁੱਡੀ ਦੀ ਮੌਤ ਹੋ ਜਾਂਦੀ ਆ ਤਾਂ ਸਾਡੀਆਂ ਸਾਰੀਆਂ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਵੀ ਹੁਣ ਅੰਤ ਹੋ ਗਿਆ ਵਾ, ਇਦੋਂ ਗਾਂ ਸਾਥੋਂ ਹੁਣ ਚੱਲ ਨਹੀਂ ਹੋਣਾਗਾ। ਤੇ ਅਸੀਂ ਲਾਸ਼ ਲੈ ਕੇ ਇਸ ਤੋਂ ਪਹਿਲਾਂ ਕਿ ਚੌਂਕ ਦੇ ਵਿੱਚ ਜਾਂਦੇ ਤਾਂ SSP ਰਾਜਬਚਨ ਸਿੰਘ ਸੰਧੂ ਤੜਕੇ 8:30 ਵਜੇ ਘਰੇ ਆ ਗਏ। ਤੇ ਆਉਣ ਸਾਰ ਕਹਿੰਦੇ ਵੀ ਮੈਂ ਨਵਾਂ ਆਇਆ ਵਾਂ, ਵੈਸੇ ਮੈਨੂੰ ਕਹਿੰਦੇ ਥੋੜਾ ਜਿਹਾ ਪਤਾ ਲੱਗ ਗਿਆ, ਪਰ ਮੈਨੂੰ ਫਿਰ ਵੀ ਮੈਨੂੰ ਬਹੁਤ ਦੁੱਖ ਆ, ਮੈਨੂੰ ਦੱਸੋ ਵੀ ਅਸਲ ਦੇ ਵਿੱਚ ਗੱਲ ਕੀ ਹੈ। ਮੈਂ ਉਹਨਾਂ ਨੂੰ ਇਸ ਤਰ੍ਹਾਂ ਹੀ ਬਰੀਫ ਗੱਲ ਦੱਸਤੀ। ਮੈਂ ਇੱਕੋ ਹੀ ਗੱਲ ਉਹਨਾਂ ਨੂੰ ਮੇਨ ਕਹੀ, ਮੈਂ ਕਿਹਾ SSP ਸਾਹਿਬ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਪਿਛਲੇ 17 ਸਾਲਾਂ ਦੇ ਵਿੱਚ। ਕਿਹੜੀ ਗੱਲ ਦੀ? ਕਿ ਪੁਲਿਸ ਆਪਦੇ DSP ਨੂੰ ਜਾਂ ਉਹਨੂੰ ਬਚਾਉਣ ਵਾਸਤੇ ਇਸ ਗੱਲ ਨੂੰ ਆਪਦੇ ਗਲ ਦੇ ਵਿੱਚ ਕਿਉਂ ਪਾਈ ਬੈਠੀ ਆ? ਤੁਸੀਂ ਇਹ ਅਦਾਲਤ ਦੇ ਕੋਲੇ ਕਿਉਂ ਨਹੀਂ ਛੱਡਦੇ? ਉਹ ਬਰੀ ਹੋ ਜੇ, ਉਹ ਬਚ ਜੇ, ਤੁਸੀਂ ਕਿਉਂ ਇਹਨੂੰ ਰੱਖੀ ਬੈਠੇ ਹੋ? ਉਹ ਕਹਿੰਦੇ ਵੀ ਮੈਂ ਆਇਆ ਨਵਾਂ, ਮੈਨੂੰ ਨਹੀਂ ਪਤਾ ਪਹਿਲਾਂ ਕੀ ਵਾਪਰਿਆ ਵਾ, ਪਰ ਮੈਂ ਕੋਸ਼ਿਸ਼ ਕਰਦਾ ਵੀ ਤੁਹਾਨੂੰ ਜਿੰਨੀ ਜਲਦੀ ਹੋ ਸਕਦਾ ਇਨਸਾਫ ਦਿਵਾਉਣਾ। ਉਦੋਂ ਹੀ ਉਹਨਾਂ ਨੇ ਜਾ ਕੇ ਆਪਦੇ ਸਾਰੇ ਅਫਸਰਾਂ ਨੂੰ ਕਹਿਤਾ ਵੀ ਜੋ ਮਰਜ਼ੀ ਕਰੋ, ਪਰਚਾ ਦਰਜ ਹੋਣਾ ਚਾਹੀਦਾ। ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਬੁਲਾਇਆ, ਜਥੇਬੰਦੀਆਂ ਨੂੰ ਬੁਲਾਇਆ ਕਿ ਵੀ ਤੁਸੀਂ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਾ ਕਰੋ, ਅਸੀਂ ਪਰਚਾ ਦਰਜ ਕਰਦੇ ਹਾਂ। ਪਰਚਾ ਦਰਜ ਹੋ ਗਿਆ। ਪਰਚਾ ਦਰਜ ਹੋਣ ਤੋਂ ਬਾਅਦ ਵਿਦ ਸਬੂਤਾਂ ਦੇ ਹੋਇਆ ਔਰ ਸਾਰੇ ਕਾਸੇ ਨੂੰ ਉਹਦੇ ਵਿੱਚ ਕਵਰ ਕੀਤਾ ਗਿਆ। ਮੁੱਖ ਰੂਪ ਦੇ ਵਿੱਚ ਨਜਾਇਜ਼ ਹਰਾਸਤ ਜਿਹੜੀ ਕਿ ਔਨ ਰਿਕਾਰਡ ਅਸੀਂ ਸਾਬਤ ਕਰਦੇ ਹਾਂ। ਦੂਜੇ ਨੰਬਰ ਦੇ ਉੱਤੇ ਅਤਿਆਚਾਰ, 3 ਨੰਬਰ ਦੇ ਉੱਤੇ ਝੂਠੇ ਕੇਸ ਬਣਾਉਣ ਦਾ ਰਿਕਾਰਡ। ਇਹ ਸਾਰੇ ਕਾਸੇ ਦੇ ਬਾਵਜੂਦ ਨਾ ਤਾਂ ਉਹਦੀ ਗ੍ਰਿਫਤਾਰੀ ਕੀਤੀ ਤੇ ਨਾ ਹੀ ਇਨਵੈਸਟੀਗੇਸ਼ਨ ਨੂੰ ਸਾਡੇ ਮੁਤਾਬਕ ਕਹਿ ਲਈਏ ਮਦਈ ਦੇ ਮੁਤਾਬਕ ਅੱਗੇ ਤੋਰਿਆ। ਹਾਲਾਂਕਿ ਸਭ ਤੋਂ ਪਹਿਲਾਂ ਮਦਈ ਨੂੰ ਪੁੱਛਣਾ ਚਾਹੀਦਾ ਵੀ ਤੁਹਾਨੂੰ ਸਾਡੇ ਚੋਂ ਕਿਹਦੇ ਤੇ ਯਕੀਨ ਆ? ਸਾਡੇ ਰੀਸੈਂਟਲੀ ਧਰਨੇ ਦੇ ਵਿੱਚ ਸੂ ਮੋਟੋ ਲੈਂਦੇ ਹੋਏ ਆਪਣਾ SC ਕਮਿਸ਼ਨ ਉੱਥੇ ਆ ਕੇ ਗਿਆ ਵਾ। ਉਹਨਾਂ ਨੇ ਵੀ ਇਸ ਗੱਲ ਤੇ ਬੜੀ ਚਿੰਤਾ ਜਤਾਈ ਆ ਕਿ 60 ਦਿਨਾਂ ਦੇ ਵਿੱਚ ਚਲਾਨ ਦੇਣਾ ਹੁੰਦਾ ਵਾ, ਜਿਹੜਾ ਕਿ ਅਜੇ ਤੱਕ ਨਹੀਂ ਦਿੱਤਾ ਵਾ। ਉਹਨਾਂ ਨੇ ਆਪਦੇ ਵੱਲੋਂ DGP ਨੂੰ ਕੋਈ ਆਰਡਰ ਕੀਤਾ ਵਾ ਕਿ 60 ਦਿਨਾਂ ਦੇ ਵਿੱਚ ਸਾਨੂੰ ਕਾਰਵਾਈ ਕਰਕੇ ਦੱਸੋ। ਅੱਗੇ ਨਹੀਂ, ਚਲੋ SC ST ਐਕਟ ਦੇ ਵਿੱਚ 60 ਦਿਨ ਲਿਖਿਆ ਉਹਨਾਂ ਨੇ, ਉਹ ਚਿੱਠੀ ਵੀ ਹੈਗੀ ਆ ਮੇਰੇ ਕੋਲੇ, ਉਹਨਾਂ ਦੇ ਹੋਣਾ ਵਾ, ਤਾਂ ਆਮ ਤੌਰ ਤੇ 90 ਹੁੰਦੇ ਆ।
ਤੇ ਕਹਿਣ ਦਾ ਮਤਲਬ ਕੀ ਬਈ ਅਜੇ ਤੱਕ ਜਿਹੜੀ ਪੁਲਿਸ ਆ ਉਹਨੂੰ ਬਚਾਉਣ ਦੇ ਵਿੱਚ ਲੱਗੀ ਹੋਈ ਆ, ਅਸੀਂ ਨਿਆਂ ਲੈਣ ਦੇ ਵਿੱਚ ਲੱਗੇ ਹੋਏ ਆ। ਪਰਿਵਾਰ ਸਾਡੇ ਉੱਜੜ ਗਏ, 2 ਧੀਆਂ ਵੀ ਘਰ ਦੇ ਵਿੱਚੋਂ ਚਲੀਆਂ ਗਈਆਂ। ਅਜੇ ਤੱਕ ਕਿਸੇ ਵੀ ਪਾਸਿਓਂ ਇਨਸਾਫ ਦੀ ਜਿਹੜੀ ਉਮੀਦ ਆ ਉਹ ਨਹੀਂ ਹੈਗੀ। ਅੱਜ ਅਸੀਂ ਜਿਹੜਾ ਸਾਡੇ ਜਥੇਬੰਦੀਆਂ ਦਾ ਫੈਸਲਾ ਸੀਗਾ ਕਿ ਅਸੀਂ ਚੰਡੀਗੜ੍ਹ ਜਾ ਕੇ ਇਹ ਸਾਡੇ ਜਿਹੜੇ ਨਵੇਂ ਆਏ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੁਹਾਰ ਲਗਾਈਏ ਕਿ ਵੀ ਤੂੰ ਸਾਡਾ ਦੁੱਖ ਸੁਣ ਲਾ, ਤੂੰ ਤਾਂ ਲੋਕਾਂ ਦੇ ਨਾਲ ਵਾਅਦਾ ਕੀਤਾ ਵਾ ਕਿ ਮੈਂ ਤੁਹਾਨੂੰ ਨਿਆਂ ਦੇਵਾਂਗਾ। 4 ਮਹੀਨੇ ਤੋਂ ਵੱਧ ਹੋ ਗਿਆ ਜੀ। 11 ਦੂਜੇ ਦਿਨ ਮਤਲਬ 11 ਦਸੰਬਰ ਦਾ ਵਾ। ਨਹੀਂ ਜੀ, ਚਲਾਨ ਦਾ ਵੀ ਟਾਈਮ ਲੰਘ ਗਿਆ। ਪੁਲਿਸ ਕਹਿ ਰਹੀ ਪੁਲਿਸ ਕਹਿ ਰਹੀ ਆ ਕਿ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ। ਕਾਹਦੀ ਇਨਵੈਸਟੀਗੇਸ਼ਨ ਕਰ ਰਹੇ ਆ, ਜਦੋਂ ਕਿ ਮੈਂ ਉਹਨਾਂ ਨੂੰ ਕਿਹਾ ਵੀ ਸਾਰੇ ਦਾ ਸਾਰਾ ਰਿਕਾਰਡ ਮੇਰੇ ਕੋਲੇ ਆ ਔਰ ਇਹ ਰਿਕਾਰਡ ਮੇਰਾ ਘਰੇ ਨਹੀਂ ਬਣਾਇਆ, ਤੁਹਾਡੇ ਤੋਂ ਹੀ ਲਿਆ ਹੋਇਆ। ਮੈਂ ਤੁਹਾਨੂੰ ਦੱਸਦਾ ਵੀ ਕਿੱਥੇ ਕਿੱਥੇ ਤੁਹਾਡਾ ਰਿਕਾਰਡ ਪਿਆ ਵਾ। ਹਾਂਜੀ 10 ਦਸੰਬਰ 2011 ਦੂਜੇ ਦਿਨ ਹੀ ਪਰਚਾ ਕਰਤਾ। ਪਰ ਅਸਲ ਦੇ ਵਿੱਚ ਹੁਣ ਪੁਲਿਸ ਕੀ ਕਹਿ ਰਹੀ ਆ, ਆਖੇ ਜੀ ਜਿਹੜਾ ਸਾਡੇ ਕੋਲੇ ਰਿਕਾਰਡ ਸੀ ਉਹ ਅਸੀਂ ਡਿਸਟਰਾਈ ਕਰਤਾ। ਸਾਡਾ ਆਖੇ ਰੂਲ ਆ। ਮੈਂ ਕਿਹਾ ਵੀ ਤੁਸੀਂ ਕਿਉਂ ਡਿਸਟਰਾਈ ਕਰਤਾ? ਤੁਹਾਨੂੰ ਪਤਾ ਵੀ ਮੈਂ ਪਹਿਲੇ ਦਿਨ ਤੋਂ ਸ਼ਿਕਾਇਤਾਂ ਕਰ ਰਿਹਾ ਵਾਂ, ਮੈਂ ਹੋਮ ਸੈਕਟਰੀ ਤੋਂ ਆਰਡਰ ਕਰਵਾਏ ਹੋਏ ਆ ਕਿ ਇਕਬਾਲ ਸਿੰਘ ਦਾ ਰਿਕਾਰਡ ਤੁਸੀਂ ਨਹੀਂ ਸਾੜਨਾ, ਫਿਰ ਤੁਸੀਂ ਕਿਉਂ ਸਾੜਤਾ? ਕਹਿੰਦੇ ਜੀ ਸਾਡਾ ਰੂਲ ਆ, ਅਸੀਂ 5 ਸਾਲਾਂ ਬਾਅਦ 7 ਸਾਲਾਂ ਬਾਅਦ ਬੇਸਡ ਰਿਕਾਰਡ ਸਾੜ ਦਿੰਦੇ ਆ। ਹੁਣ ਉਹਨਾਂ ਨੇ ਰਿਕਾਰਡ ਸਾੜਤਾ। ਹਾਂ ਬਿਲਕੁਲ, ਮੇਰੇ ਕੋਲ ਰਿਕਾਰਡ ਆ ਮੇਰੇ ਕੋਲ। ਆਰਟੀਆਈ ਦੇ ਵਿੱਚ ਰਿਕਾਰਡ ਆ। ਆਰਟੀਆਈ ਦੇ ਵਿੱਚ ਉਹਨਾਂ ਲਿਖ ਕੇ ਦਿੱਤਾ ਵੀ ਉਹ ਇਸ ਤਰੀਕ ਦਾ ਰਿਕਾਰਡ ਡਿਸਟਰਾਈ ਕਰ ਦਿੱਤਾ। ਪਰ ਮੇਰੇ ਕੋਲੇ ਹੈਗਾ ਵਾ, ਮੈਂ ਇਹਨੂੰ ਮਤਲਬ 2-3 ਕਾਪੀਆਂ ਨੂੰ ਸੰਭਾਲਿਆ ਹੋਇਆ ਵਾ। ਉਹ ਸਾਡੇ ਵਕੀਲਾਂ ਕੋਲੇ ਆ, ਕੁਛ ਮੇਰੇ ਕੋਲੇ ਆ, ਅਸੀਂ ਸੰਭਾਲ ਕੇ ਰੱਖਿਆ ਹੋਇਆ ਵਾ। ਲੋੜ ਪਈ ਤਾਂ ਅੱਗੇ ਅਸੀਂ ਕੋਰਟ ਦੇ ਵਿੱਚ ਜਦੋਂ ਵੀ ਕਦੇ ਮੌਕਾ ਆਊਗਾ ਅਸੀਂ ਇਹਨੂੰ ਕੋਰਟ ਦੇ ਵਿੱਚ ਪੇਸ਼ ਕਰਾਂਗੇ। ਬਹੁਤ ਤਸ਼ੱਦਦ ਕੀਤਾ, ਜਿਹਦਾ ਕਰਕੇ ਜਿਹੜੀ ਲੜਕੀ ਆ ਉਹ ਨਕਾਰਾ ਹੋ ਗਈ ਤੇ ਮੰਜੇ ਨਾਲ ਜੁੜ ਗਈ। ਉਦੋਂ ਬਾਅਦ ਤੀਲਾ ਹੋ ਕੇ ਹੁਣ ਉਹਦੀ ਪਿਛਲੇ ਦਸੰਬਰ ਮਹੀਨੇ ਦੇ ਵਿੱਚ ਮੌਤ ਹੋ ਗਈ ਆ। ਇਹ ਕੇਸ ਨੂੰ ਅਸੀਂ ਲਗਾਤਾਰ ਪਹਿਲਾਂ ਤੋਂ ਲੈ ਕੇ ਇਹਦੇ ਨਾਲ ਜੁੜੇ ਹੋਏ ਆ ਤੇ ਲਗਾਤਾਰ 3 ਸਾਲ ਤੋਂ ਲੈ ਕੇ ਅਸੀਂ ਇਨਸਾਫ ਲੈਣ ਦੇ ਲਈ ਲੜਾਈ ਸਿਟੀ ਥਾਣੇ ਦੇ ਮੂਹਰੇ ਲਾ ਕੇ ਬੈਠੇ ਆ ਬਈ ਜਿੰਨਾ ਚਿਰ ਇਹ ਪੀੜਤ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਅਸੀਂ ਜਿਹੜਾ ਧਰਨਾ ਇਹਨੂੰ ਚੱਕਾਂਗੇ ਨਹੀਂ। ਪਰ ਇੱਥੋਂ ਦਾ ਜਿਹੜਾ ਪ੍ਰਸ਼ਾਸਨ ਆ, ਇੱਥੋਂ ਦੇ ਪੁਲਿਸ ਦੇ ਉੱਚ ਅਧਿਕਾਰੀ ਆ, ਉਹ ਟਸ ਤੋਂ ਮਸ ਨਹੀਂ ਹੋ ਰਹੇ। ਇੱਕੋ ਹੀ ਉਹਨਾਂ ਦੀ ਗੱਲ ਫੜੀ ਵੀ ਆ ਕਿ ਇਨਵੈਸਟੀਗੇਸ਼ਨ ਦੇ ਵਿੱਚ ਸ਼ਾਮਲ ਹੋਵੋ ਤਾਂ ਕਿ ਉਹਨਾਂ ਦੀ ਸਾਜ਼ਿਸ਼ ਦੇ ਤਹਿਤ ਜਿਹੜਾ ਪਰਚਾ ਇਹਨੂੰ ਕੈਂਸਲ ਕੀਤਾ ਜਾ ਸਕੇ ਤੇ ਪਰਿਵਾਰ ਆ ਜਿਹੜਾ ਉਹਨੂੰ ਇੱਕ ਆਸ ਦੀ ਕਰਨ ਜਿਹੜੀ ਮਾੜੀ ਮੋਟੀ ਜਾਗੀ ਸੀ ਉਹ ਤੋਂ ਬਿਰਵਾ ਕੀਤਾ ਜਾ ਸਕੇ। ਪਰ ਅਸੀਂ ਇਹਨਾਂ ਚਾਲਾਂ ਨੂੰ ਸਮਝਦੇ ਹਾਂ ਤੇ ਲਗਾਤਾਰ ਲੜਾਈ ਦੇ ਮੈਦਾਨ ਦੇ ਵਿੱਚ ਆ। ਜਿਨ੍ਹਾਂ ਤੇਰੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਲੜਦੇ ਰਹਾਂਗੇ।